ਪੰਜਾਬ ਦੀ ਰਾਜਨੀਤੀ ਬੜੀ ਤਿਲਕਵੀਂ ਪਿੱਚ ਤੇ ਹੋ ਰਹੀ ਆ। ਇੱਕ ਪਾਰਟੀਆਂ ਦੇ ਅੰਦਰ ਵੀ ਦਵੰਦ ਹੈ ਔਰ ਇੱਕ ਆਪਸ ਵਿੱਚ ਲੜਾਈ ਹੈ। ਦੂਜੇ ਮਾਮਲੇ ਦੇ ਵਿੱਚ ਲਗਭਗ 25-30 ਸਾਲਾਂ ਬਾਅਦ ਦੇਸ਼ ਦੀ ਰਾਜਨੀਤੀ 'ਚ ਤੀਜੇ ਫਰੰਟ ਦੀ ਆਹਟ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਜ਼ਿਆਦਾ ਹੱਥ ਪੈਰ ਮਾਰਦੇ ਦੇਖਦੇ ਹੋ, ਫਤਿਆਬਾਦ ਦੇ ਵਿੱਚ ਨਤੀਸ਼ ਕੁਮਾਰ ਅਨੈਲੋ ਦੀ ਰੈਲੀ 'ਚ ਸ਼ਾਮਲ ਹੁੰਦੇ ਆ ਸ਼ਰਦ ਪਵਾਰ ਦੇ ਨਾਲ, ਔਰ ਤੁਹਾਨੂੰ ਅਚਨਚੇਤ ਸੁਖਬੀਰ ਸਿੰਘ ਬਾਦਲ ਉੱਥੋਂ ਨਜ਼ਰ ਆਉਂਦੇ ਆ। ਸੁਖਬੀਰ ਸਿੰਘ ਬਾਦਲ ਨੂੰ ਐਡਰੈਸ ਹੁੰਦੇ ਆ ਮੰਚ ਤੋਂ ਨਤੀਸ਼ ਕੁਮਾਰ, ਔਰ ਉਹਨਾਂ ਦੇ ਫਾਦਰ ਨਾਲ ਆਪਣੇ ਰਿਸ਼ਤਿਆਂ ਦੀ ਗੱਲ, ਵੱਡੇ ਬਾਦਲ ਸਾਹਿਬ ਨਾਲ ਰਿਸ਼ਤਿਆਂ ਦੀ ਗੱਲ ਤੋਰਦੇ ਆ। ਸੁਖਬੀਰ ਸਿੰਘ ਬਾਦਲ ਬਾਗੋ ਬਾਗ ਨੇ। ਦੂਜੇ ਪਾਸੇ ਇੱਕ ਨੈਸ਼ਨਲ ਅਖਬਾਰ ਜਿਹਦੇ ਵਿੱਚ ਇੱਕ ਛੋਟਾ ਜਿਹਾ ਆਰਟੀਕਲ ਲੱਗਦਾ ਹੈ ਕਿ ਅਕਾਲੀ ਦਲ ਮੁੜ ਕੇ ਕੋਸ਼ਿਸ਼ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੇ ਨੇੜੇ ਹੋਣ ਦੀ, ਔਰ ਭਾਰਤੀ ਜਨਤਾ ਪਾਰਟੀ ਵੀ ਅਕਾਲੀ ਦਲ ਨੂੰ ਨਾਲ ਲੈਣ 'ਚ ਕੋਈ ਮੁਸ਼ਕਲ ਮਹਿਸੂਸ ਨਹੀਂ ਕਰਦੀ। ਪਰ ਇਸੇ ਵੇਲੇ ਸੁਖਬੀਰ ਬਾਦਲ ਇੱਕ ਤੀਜੇ ਫਰੰਟ ਦੇ ਨਾਲ ਖੜੇ ਨਜ਼ਰ ਆਉਂਦੇ ਆ। ਇਹ ਸਾਰੀਆਂ ਚੀਜ਼ਾਂ ਐਡਰੈਸ ਕਰਾਂਗੇ। ਮੈਨੂੰ ਲੱਗਦਾ ਹੈ ਕਿ ਪਾਰਟੀਆਂ ਦੇ ਜਿਹੜੇ ਅੰਦਰ ਸਟਰਗਲ ਹੈ ਉਹਦੇ ਨਾਲੋਂ ਵੀ ਸਟਰਗਲ ਇਸ ਗੱਲ ਦੀ ਵੱਡੀ ਹੈ ਕਿ ਸਰਵਾਈਵ ਕਿਵੇਂ ਕਰਨਾ। ਪ੍ਰੋਫੈਸਰ ਸੇਖੋਂ ਸਾਹਿਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚੋਂ ਸਾਡੇ ਨਾਲ ਨੇ, ਡਾਕਟਰ ਜਗਰੂਪ ਸਿੰਘ ਸੇਖੋਂ, ਔਰ ਇਹਨਾਂ ਦੇ ਨਾਲ ਸਾਡੇ ਕੋਲ ਡਾਕਟਰ ਸੁਰਿੰਦਰ ਸਿੰਘ ਜੋਧਕਾ ਜਿਹੜੇ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਸਾਡੇ ਨਾਲ ਆ। ਪਹਿਲਾਂ ਮੈਂ ਦੋਨਾਂ ਨੂੰ ਜੀ ਆਇਆਂ ਆਖ ਲਾਂ। ਵੈਲਕਮ ਜੀ। ਥੈਂਕ ਯੂ ਜੀ। ਪ੍ਰੋਫੈਸਰ ਸੇਖੋਂ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇੱਕ ਟਿੱਪਣੀ ਚਾਹੀਦੀ ਆ। ਉਹ ਗੁਰਦਾਸ ਮਾਨ ਦਾ ਗੀਤ ਆ ਨਾ ਕਿ ਹੁਣ ਤੈਨੂੰ ਕੀ ਆਖਾਂ, ਫੇਲ ਕਵਾਂ ਜਾਂ ਪਾਸ। ਮੈਨੂੰ ਦੱਸਿਓ ਜ਼ਰਾ ਕਿ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਜਿੰਨੀ ਕੁਸ਼ਤੀ ਹੋਈ, ਇਹਨੂੰ ਤਾਂ ਮੈਂ ਨੂਰਾ ਕੁਸ਼ਤੀ ਦੇ ਵਿੱਚ ਜੇ ਵੇਖਾਂ ਤਾਂ ਉਹ ਵੀ ਮੈਨੂੰ ਕਿਤੇ ਕਿਤੇ ਲੱਗਦੀ ਆ। ਇਹਦੇ ਵਿੱਚ ਜਿੱਤਿਆ ਕੌਣ ਤੇ ਹਰਿਆ ਕੌਣ? ਛੋਟੀ ਜਿਹੀ ਟਿੱਪਣੀ, ਉਸ ਤੋਂ ਬਾਅਦ ਅੱਗੇ ਚੱਲਦੇ ਆ। ਮੈਨੂੰ ਲੱਗਦਾ ਹੈ ਕਿ ਇਹ ਸਾਰਾ ਜਿਹੜੀ ਐਕਸਰਸਾਈਜ਼ ਹੋ ਰਹੀ ਹੈ, ਇਹਦੀ ਕੋਈ ਲੋੜ ਨਹੀਂ ਸੀ। ਤੁਹਾਡੇ ਕੋਲ ਏਡੀ ਵੱਡੀ ਬਹੁਮਤ ਹੈਗੀ ਆ, ਬਾਲ ਕਦੀ ਆਮ ਆਦਮੀ ਪਾਰਟੀ ਗਵਰਨਰ ਦੇ ਖਾਤੇ ਸੁੱਟਦੀ ਆ, ਗਵਰਨਰ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਕੋ ਸੁੱਟਦਾ ਵਾ। ਇਹ ਦਿੱਲੀ ਮਾਡਲ ਦੀ ਇੱਕ ਕਾਪੀ ਹੈਗੀ ਆ, ਕਿਉਂਕਿ ਉੱਥੇ ਲੜਾਈ ਲੈਫਟੀਨੈਂਟ ਜਿਹੜੇ ਗਵਰਨਰ ਸਾਹਿਬ ਤੇ ਦਿੱਲੀ ਵਾਲਾ ਜਿਹੜੇ ਹੈਗੇ ਆ ਸਰਕਾਰ ਉਹਦੇ ਵਿੱਚ ਆ। ਮੈਨੂੰ ਲੱਗਦਾ ਕਿ ਪੰਜਾਬ ਸੈਂਟਰਲਿਟੀ ਆਫ ਦਾ ਪੰਜਾਬ ਇਸ਼ੂ ਇਸ ਵੇਲੇ ਜਿਹੜੇ ਹੈਗੇ ਸੀਗੇ ਉਹ ਲਾਂਭੇ ਜਾ ਰਹੇ ਆ। ਔਰ ਇਹ ਜਿਹੜੇ ਖਾਸ ਕਰਕੇ ਦੋ ਧਿਰਾਂ ਹੈਗੀਆਂ ਵਾ, ਚਾਹੇ ਉਹ ਗਵਰਨਰ ਸਾਹਿਬ ਇੱਕ ਪਾਸੇ ਵੱਲ ਹੈ, ਚਾਹੇ ਉਹਦੇ ਨਾਲ ਕੇਂਦਰੀ ਸਰਕਾਰ ਹੈ, ਜਾਂ ਇੱਕ ਪਾਸੇ ਆਮ ਆਦਮੀ ਪਾਰਟੀ ਆ। ਇਹ ਤੁਸੀਂ ਜਿਹਦਾ ਨੂਰਾ ਕੁਸ਼ਤੀ ਦੀ ਗੱਲ ਕਹੀ ਆ, ਮੈਨੂੰ ਲੱਗਦਾ ਵੀ ਇਹਦੀ ਕੋਈ ਲੋੜ ਨਹੀਂ ਸੀਗੀ। ਇਹ ਸਾਰਾ ਜਿਹੜਾ ਸਮਾਂ ਇਸ ਸਮੇਂ 'ਚ ਬਰਬਾਦ ਹੋਇਆ ਜਾਂ ਰਾਜਨੀਤੀ ਹੋਈ ਆ, ਉਹਦੇ ਨਾਲ ਪੰਜਾਬ ਦਾ ਹੀ ਨੁਕਸਾਨ ਹੋਇਆ, ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਸੀ। ਪ੍ਰੋਫੈਸਰ ਸੇਖੋਂ ਸਾਹਿਬ, ਮੈਂ ਹੁਣ ਅਸਲ ਮੁੱਦੇ ਤੇ ਆਉਣਾ ਚਾਹੁੰਦਾ ਹੈ ਕਿ ਫਤਿਆਬਾਦ ਦੇ ਵਿੱਚ ਰੈਲੀ ਸੀ ਔਰ ਸੁਖਬੀਰ ਬਾਦਲ ਮੰਚ ਤੋਂ ਡਾਇਸ ਤੋਂ ਐਡਰੈਸ ਕਰਦੇ ਆ ਹੁੰਦੇ ਆ, ਔਰ ਉਹ ਕਹਿ ਰਿਹਾ ਕਿ ਐਨਡੀਏ ਤੇ ਆ ਬੈਠਾ। ਐਨਡੀਏ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਔਰ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਦੇ ਵਿੱਚ ਐਨਡੀਏ ਬਣਿਆ ਸੀ, ਉਹ ਅੱਜ ਕਿਤੇ ਦਿਸਦਾ ਨਹੀਂ। ਸ਼ਿਵ ਸੈਨਾ, ਅਕਾਲੀ ਦਲ, ਜਿਹੜੇ ਟਾਈਮ ਟੈਸਟਡ ਪੁਰਾਣੇ ਸਾਥੀ ਸਾਰੇ ਨਿਕਲ ਗਏ। ਲੇਕਿਨ ਸੁਖਬੀਰ ਬਾਦਲ ਦੇ ਇਹ ਕਥਨ ਤੇ ਦੂਜੇ ਬੰਨੇ ਬਾਦਲ ਦਲ ਵੱਲੋਂ ਅੰਦਰ ਖਾਤੇ ਭਾਜਪਾ ਨਾਲ ਤੁਰਨ ਲਈ ਇੱਕ ਮੁੜ ਕੇ ਸਨਮਾਨਯੋਗ ਗੱਠਜੋੜ ਹਾਸਲ ਕਰ ਲੈਣ ਦੀ ਵੀ ਕਵਾਇਦ ਆ। ਇਹ ਦੋ ਪ੍ਰਕਿਰਿਆਵਾਂ ਨੂੰ ਪੰਜਾਬ ਦੇ ਨਜ਼ਰੀਏ ਤੋਂ ਤੁਸੀਂ ਕਿਵੇਂ ਦੇਖ ਰਹੇ ਹੋ? ਫਿਰ ਪ੍ਰੋਫੈਸਰ ਜੋਧਕਾ ਸਾਹਿਬ ਵੱਲ ਚੱਲਦੇ ਆ। ਇੱਕ ਵਾਰੀ ਐਚਐਸ ਸੋਹਾਰਵਰਦੀ ਨੇ ਕਿਹਾ ਸੀਗਾ ਕਿ ਜਿਹੜੀ ਇਸਲਾਮਿਕ ਕੰਟਰੀ ਦੀ ਯੂਨਿਟੀ ਬਾਰੇ ਗੱਲ ਕੀਤੀ ਸੀ, ਤੇ ਅਲਟੀਮੇਟਲੀ ਉਹਦਾ ਐਂਡ ਰਿਜ਼ਲਟ ਸੀਗਾ 0+0+0 ਆਫਟਰ ਆਲ 0। ਇਹ ਜਿਹੜਾ ਖਾਸ ਕਰਕੇ ਰੈਲੀ ਉੱਥੇ ਹੋਈ ਆ, ਠੀਕ ਆ, ਉਹ ਇੱਕ ਕਿਸਮ ਦਾ ਜੁਗਾੜਬਾਜ਼ੀ ਕਰਨ ਰਹੇ ਆ। ਬਿਹਾਰ ਵਾਲੇ ਬਾਹਰ ਨਿਕਲੇ ਹੈਗੇ, ਜੋ ਕਾਂਗਰਸ ਕਿਤੇ ਦਿਖਾਈ ਨਹੀਂ ਦੇ ਰਹੀ, ਹੋਰ ਆਪੋਜੀਸ਼ਨ ਪਾਰਟੀਆਂ, ਸ਼ਰਦ ਪਵਾਰ ਹੈਗੇ ਆ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੱਦੇ ਤੇ ਰੈਲੀ ਹੋਈ ਆ, ਇਹ ਸੁਖਬੀਰ ਸਿੰਘ ਬਾਦਲ ਚਲੇ ਗਏ। ਮੈਨੂੰ ਲੱਗਦਾ ਵੀ ਇਹ ਜਿਹੜੀ ਖਾਸ ਕਰਕੇ ਯੂਨਿਟੀ ਦੀਆਂ ਗੱਲਾਂ ਕਰਦੀਆਂ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਲੈਵਲ ਤੇ ਰੈਲੇਵੈਂਟ ਹੋ ਸਕਦੀਆਂ, ਭਾਸ਼ਣ ਦੇ ਲੈਵਲ ਤੇ ਰੈਲੇਵੈਂਟ ਹੋ ਸਕਦੀਆਂ। ਪਰ ਪੰਜਾਬ ਤੇ ਹਰਿਆਣੇ ਦੇ ਕੰਟੈਕਸਟ ਦੇਖਿਆ ਜਾਵੇ, ਇਹ ਜਿਹੜੇ ਦੋ ਵੱਡੇ ਦਲ ਹੈਗੇ ਆ, ਲੋਕ ਦਲ ਸੀਗਾ, ਪਿਤਾ ਪੁਰਖੀ ਰਾਜਨੀਤੀ ਸੀ, ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਦੀ ਪਿਤਾ ਪੁਰਖੀ ਰਾਜਨੀਤੀ ਸੀ। ਮੈਨੂੰ ਲੱਗਦਾ ਹੈ ਕਿ ਲੋਕਾਂ ਲਈ ਇਹ ਇਰਰੈਲੇਵੈਂਟ ਆ। ਪੁਰਾਣੇ ਬਜ਼ੁਰਗਾਂ ਦਾ ਹਵਾਲਾ ਦੇਣਾ, ਪੁਰਾਣੇ ਸਮਿਆਂ ਦੀ ਗੱਲ ਕਰਨੀ, ਲੋਕ ਹੁਣ ਉੱਥੋਂ ਤੱਕ ਨਹੀਂ ਜਾਂਦੇ। ਲੋਕਾਂ ਨੂੰ ਰੁੱਖਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ, ਲੋਕਾਂ ਨੂੰ ਫਲਾਂ ਦੇ ਨਾਲ ਸੰਬੰਧ ਆ ਕਿ ਜਿਹੜੇ ਹੋਣ ਵਾਲੀ ਲੀਡਰਸ਼ਿਪ ਆ, ਇਹਦਾ ਕੀ ਕਿਰਦਾਰ ਵਾ, ਇਹਦੀ ਕੀ ਕ੍ਰੈਡੀਬਿਲਿਟੀ ਹੈ, ਜਾਂ ਇਹਦੀ ਕੀ ਲੈਜੀਟੀਮੇਸੀ ਹੈਗੀ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ। ਤੇ ਇਹ ਦੋਵੇਂ ਪਾਰਟੀਆਂ ਕਿਉਂਕਿ ਇਸ ਵੇਲੇ ਆਪਾਂ ਨੂੰ ਦੇਖਿਆ ਕਿ ਹਾਸ਼ੀਏ ਤੇ ਪਹੁੰਚੀਆਂ ਹੋਈਆਂ ਵਾ। ਅਕਾਲੀ ਦਲ ਵੀ ਹਾਸ਼ੀਏ ਦੇ ਉੱਤੇ ਆ, ਲੋਕ ਦਲ ਦਾ ਵੀ ਤੁਸੀਂ ਦੇਖਿਆ ਹਾਸ਼ੀਏ ਦੇ ਉੱਤੇ ਆ, ਤੇ ਦੂਸਰੇ ਜਿਹੜੇ ਉੱਥੇ ਲੋਕ ਆਏ ਸੀਗੇ, ਮੈਨੂੰ ਲੱਗਦਾ ਵੀ ਉਹ ਖਾਨਾ ਪੂਰਤੀ ਵਾਲੀ ਗੱਲ ਸੀਗੀ। ਇਹੋ ਜਿਹੀ ਯੂਨਿਟੀ ਜਿਹੜੀ ਹੈਗੀ ਆ, ਮੈਨੂੰ ਨਹੀਂ ਲੱਗਦਾ ਕਿ 2024 ਦੇ ਵਿੱਚ
ਕੋਈ ਵਾਇਬਲ ਆਲਟਰਨੇਟਿਵ ਬਣਨ ਦੀ ਸਥਿਤੀ ਦੇ ਵਿੱਚ ਹੈ। ਨਾ ਤਾਂ ਉਹਨਾਂ ਕੋਲ ਰਿਸੋਰਸਿਸ ਹੈਗਾ, ਨਾ ਉਹਨਾਂ ਕੋਲ ਕ੍ਰਿਸ਼ਮਾ ਹੈਗਾ, ਨਾ ਉਹਨਾਂ ਕੋਲ ਇਸ ਕਿਸਮ ਦੀ ਫੋਲੋਇੰਗ ਹੈਗੀ ਆ। ਜਿਸ ਕਿਸਮ ਦੇ ਰੈਫਰੈਂਸ ਪਹਿਲੇ ਸਮੇਂ ਦੇ ਵਿੱਚ 77 ਤੋਂ ਪਹਿਲਾਂ ਦੀ ਗੱਲ ਸੀਗੀ, 77 ਦੀ ਇਲੈਕਸ਼ਨ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਹੋਰ ਲੋਕ ਦੇ ਰਹੇ ਸੀ। ਜੀ ਪ੍ਰੋਫੈਸਰ ਜੋਧਕਾ ਸਾਹਿਬ, ਕੁਝ ਕਿਸੇ ਵੀ ਨਵੇਂਪਣ ਤੋਂ ਬਿਨਾ ਜਦੋਂ ਕੋਈ ਫਿਰ ਧਾਰਾ ਬਹਿੰਦੀ ਹੈ ਤੇ ਉਸ ਬਹਿਣ ਦੇ ਨਾਲ ਲੋਕ ਘੱਟ ਬਹਿੰਦੇ ਆ। ਪ੍ਰੋਫੈਸਰ ਸੇਖੋਂ ਸਾਹਿਬ ਕਹਿ ਰਹੇ ਆ, ਤੁਸੀਂ ਸਾਰੇ ਸੀਨ ਨੂੰ ਨੈਸ਼ਨਲ ਕੈਪੀਟਲ ਤੋਂ ਦੇਖਦੇ ਪਏ ਹੋ, ਔਰ ਜਿਸ ਤਰੀਕੇ ਨਾਲ ਮੋਦੀ ਨੂੰ ਪਾਸੇ ਕਰਨ ਲਈ ਹੁਣ ਨਿਤੀਸ਼ ਕੁਮਾਰ ਨੇ ਲੱਕ ਬੰਨਿਆ, ਇਹਦੇ ਵਿੱਚ ਮਮਤਾ ਪਿੱਛੇ ਹੋ ਗਏ, ਕੇਜਰੀਵਾਲ ਪਿੱਛੇ ਹੋ ਗਏ, ਕਾਂਗਰਸ ਨੂੰ ਇਹ ਜਾ ਕੇ ਮਿਲਦੇ ਨੇ, ਲੇਕਿਨ ਫਿਰ ਵੀ ਇਹ ਸਾਰੇ ਦੇ ਸਾਰੇ ਵੱਡੇ ਬੰਦੇ ਪਾਸੇ ਰੱਖ ਕੇ ਅੱਜ ਜਿਹੜੀ ਅਨੈਲੋ ਦੇ ਪਲੇਟਫਾਰਮ ਤੋਂ ਰੈਲੀ ਹੁੰਦੀ, ਇਹਨੂੰ ਤੁਸੀਂ ਦੇਖਦੇ ਕਿਵੇਂ ਹੋ? ਮੁੱਢਲੇ ਤੌਰ ਤੇ ਤੁਹਾਡੇ ਰਿਮਾਰਕਸ ਕੀ ਆ? ਵੈਸੇ ਪੰਜਾਬ ਦੀ ਰਾਜਨੀਤੀ ਨੂੰ ਐਡਰੈਸ ਕਰਦੇ ਹੋ ਕਿਉਂਕਿ ਸਾਡਾ ਸਰੋਕਾਰ ਜ਼ਿਆਦਾ ਇੱਥੇ ਆ। ਨਹੀਂ, ਅਜੇ ਸਿਚੁਏਸ਼ਨ ਜਿਹੜੀ ਹੈ ਉਹ ਅਨਫੋਲਡ ਹੋ ਰਹੀ ਹੈ। ਤੇ ਜਿਵੇਂ ਤੁਸੀਂ ਕਿਹਾ ਕਿ ਬੇਸਿਕਲੀ ਟਾਰਗੇਟ ਹੈ 2024 ਦਾ ਇਲੈਕਸ਼ਨ, ਤੇ ਉਹਦੇ ਵਿੱਚ ਕਾਂਗਰਸ ਵੀ ਆਪਣੀ ਪਦ ਯਾਤਰਾ ਕਰ ਰਹੀ ਆ, ਕੇਜਰੀਵਾਲ ਵੀ ਆਪਣੇ ਆਪ ਨੂੰ ਪਲੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਦੀ ਕੋਈ ਨੈਸ਼ਨਲ ਆਈਡੈਂਟੀਟੀ ਬਣੇ। ਮਮਤਾ ਆਪਣੇ ਟਰਮਸ ਤੇ ਨਵੀਂ ਪੋਲਿਟਿਕਸ ਜਿਹੜੀ 2024 ਦੀ ਪੋਲਿਟਿਕਸ ਵਿੱਚ ਉਹ ਲੜਨਾ ਚਾਹੁੰਦੀ, ਆਉਣਾ ਚਾਹੁੰਦੀ ਗਰਾਊਂਡ ਵਿੱਚ। ਇਹ ਜਿਹੜਾ ਇਨੀਸ਼ੀਏਟਿਵ ਹੈ ਮੇਰੇ ਹਿਸਾਬ ਦੇ ਨਾਲ, ਆਈ ਥਿੰਕ ਸ਼ੇਖੋ ਸਾਹਿਬ ਨੂੰ ਜ਼ਿਆਦਾ ਪਤਾ ਇਹਦੇ ਬਾਰੇ, ਪਰ ਇਹ ਇਨੀਸ਼ੀਏਟਿਵ ਹੈਗਾ ਨਿਤੀਸ਼ ਕੁਮਾਰ ਦਾ। ਤੇ ਜੋ ਮੈਨੂੰ ਥੋੜਾ ਬਹੁਤਾ ਦਿੱਲੀ ਬੈਠ ਕੇ ਖਬਰ ਮਿਲੀ ਹੈ ਕਿ ਨਿਤੀਸ਼ ਕੁਮਾਰ ਦੀ ਇਸ ਟਾਈਮ ਕੋਆਰਡੀਨੇਸ਼ਨ ਆਲਰੇਡੀ ਆਰਜੇਡੀ ਨਾਲ ਹੋ ਚੁੱਕੀ ਹੈ, ਮੁਲਾਇਮ ਯਾਦਵ ਦੇ ਨਾਲ ਹੋ ਚੁੱਕੀ ਆ, ਦੂਜਾ ਜਿਹੜਾ ਆਪਣਾ ਯੂਪੀ ਦੀਆਂ 2-3 ਪਾਰਟੀਆਂ ਹੈਗੀਆਂ, ਇਹ ਇਕੱਠੀਆਂ ਹੋ ਕੇ ਇੱਕ ਨਵੀਂ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ, ਜਿਹਦੇ ਵਿੱਚ ਕਈ ਛੋਟੇ-ਛੋਟੇ ਪਾਰਟੀਆਂ ਮਿਲ ਜਾਣਗੀਆਂ। ਤੇ ਜਿਵੇਂ ਸ਼ੇਖੂ ਸਾਹਿਬ ਨੇ ਕਿਹਾ, ਪੰਜਾਬ ਹਰਿਆਣੇ ਦਾ ਕੰਟੈਕਸਟ ਬੜਾ ਵੱਖਰਾ ਹੈਗਾ, ਕਿਉਂਕਿ ਇੱਥੇ ਜਿਹੜਾ ਮੇਨ ਟਾਕਰਾ ਹੈਗਾ ਇਹਨਾਂ ਪਾਰਟੀਆਂ ਦਾ ਉਹ ਕਾਂਗਰਸ ਦੇ ਨਾਲ ਹੈ। ਤੇ ਜਿਹੜਾ ਨਿਤੀਸ਼ ਕੁਮਾਰ ਦਾ ਇਨੀਸ਼ੀਏਟਿਵ ਆ, ਉਹਦੇ ਕਾਂਗਰਸ ਬੜੀ ਸੈਂਟਰਲ ਹੈਗੀ, ਕਾਂਗਰਸ ਤੋਂ ਬਗੈਰ ਉਹ ਨਹੀਂ ਸੋਚ ਰਹੇ। ਕੱਲ ਮੈਨੂੰ ਮਿਲ ਵੀ ਰਹੇ ਨੇ ਲਾਲੂ ਯਾਦਵ ਤੇ ਨਿਤੀਸ਼ ਦੋਨੋਂ ਸੋਨੀਆ ਗਾਂਧੀ ਨੂੰ ਮਿਲ ਰਹੇ ਦਿੱਲੀ 'ਚ। ਉਹਨਾਂ ਦੇ ਵਾਸਤੇ ਕਾਂਗਰਸ ਬੜੀ ਸੈਂਟਰਲ ਹੈਗੀ, ਜਿੱਥੇ ਜਿੱਥੇ ਕਾਂਗਰਸ ਦਾ ਰਾਜ ਹੈਗਾ ਉਹਨਾਂ ਨੂੰ ਲੱਗਦਾ ਕਾਂਗਰਸ ਵੀ ਇੰਨੀ ਜ਼ਿਆਦਾ ਐਂਬੀਸ਼ੀਅਸ ਨਹੀਂ ਹੈਗੀ ਕਿ ਅਸੀਂ ਆਪਣੇ ਲੈਵਲ ਤੇ ਆਪਣੀ ਸਰਕਾਰ ਬਣਾ ਲਾਂਗੇ। ਉਹਨਾਂ ਨੂੰ ਵੀ ਲੱਗਦਾ ਕਿ ਹਾਂ ਵੀ ਇਨੀਸ਼ੀਏਟਿਵ ਦੇ ਕੇ ਤੁਸੀਂ ਨਿਤੀਸ਼ ਕੁਮਾਰ ਨੂੰ ਅੱਗੇ ਲਿਆ ਕੇ ਕਿਸੇ ਤਰੀਕੇ ਬੀਜੇਪੀ ਨੂੰ ਥੋੜਾ ਮਾਰਜਨਲਾਈਜ਼ ਕਰੋਗੇ ਤਾਂ ਤੁਹਾਡੀ ਔਕਾਤ ਰਹੇਗੀ, ਨਹੀਂ ਤਾਂ ਪੋਲਿਟਿਕਸ ਹੀ ਚੇਂਜ ਹੋ ਜਾਣੀ ਆ। ਤੇ ਇਹ ਜਿਹੜਾ ਕੰਟੈਕਸਟ ਹੈ ਵੱਖਰਾ ਹੈਗਾ। ਇੱਕ ਹੋਰ ਜਿਹੜੀ ਗੱਲ ਅੰਡਰਲਾਈਨ ਜਿਹੜਾ ਪ੍ਰੋਸੈਸ ਹੈਗਾ, ਜਿਵੇਂ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਉਹ ਹੈਗਾ, ਉਹ ਦੁਬਾਰਾ ਕਿਸਾਨੀ ਦੀ ਗੱਲ ਕਰਦੇ ਆ। ਹੁਣ ਕਿਸਾਨੀ ਦੀ ਇੱਕ ਤਾਂ 2 ਲੈਵਲ ਤੇ ਬਦਲ ਗਿਆ। ਇੱਕ ਤਾਂ ਕਿਸਾਨੀ ਬਹੁਤ ਜ਼ਿਆਦਾ ਛੋਟੀ ਰਹਿ ਗਈ ਆ, ਜਿਹੜਾ ਸੋਸ਼ਲ ਕੰਟੈਕਸਟ ਆ ਉਹਦੇ ਵਿੱਚ ਬਿਲਕੁਲ ਲੋਕੀ ਖੇਤੀ ਦਾ ਕੰਮ ਕਰਦੇ ਆ, ਖੇਤ ਮਜ਼ਦੂਰ ਹੈਗਾ ਜਾਂ ਈਵਨ ਜਿਹੜਾ ਖੇਤੀ ਕਰਨ ਵਾਲਾ ਬੰਦਾ, ਉਹਦਾ ਜਿਹੜਾ ਪ੍ਰਪੋਰਸ਼ਨ ਹੈ ਪੰਜਾਬ ਤੇ ਹਰਿਆਣੇ ਦੇ ਵਿੱਚ ਕਰੀਬਨ 20-25-30% 40% ਤੋਂ ਜ਼ਿਆਦਾ ਨਹੀਂ ਹੈਗਾ। ਉਹ ਪਹਿਲੇ ਹੁੰਦਾ ਸੀਗਾ 60%, 65%, 70% ਵੀ ਗੱਲ ਕਰਦੇ ਸੀਗੇ। ਅੱਜ ਦੇ ਦਿਨ ਦੇ ਵਿੱਚ ਪਿੰਡ ਦੇ ਵਿੱਚ ਵੀ ਤੁਹਾਨੂੰ 25-30% ਤੋਂ ਜ਼ਿਆਦਾ ਲੋਕ ਉਹ ਨਹੀਂ ਹੋਣਗੇ ਜਿਹੜੇ ਕੋਲ ਖੇਤੀ ਨਾਲ ਹੀ ਜੁੜੇ ਹੈਗੇ। ਉਹਨਾਂ ਦੀ ਇੱਕ ਆਪਣੀ ਇੱਕ ਹੋਣ ਦੀ ਗੱਲ ਲੈ ਕੇ ਜਿਵੇਂ ਇਹਨਾਂ ਨੇ ਮੂਵਮੈਂਟ ਚਲਾ ਰਿਹਾ ਸੀਗਾ, ਇੱਕ ਵੱਖਰੀ ਗੱਲ ਸੀਗੀ। ਐਬਸੋਲੂਟ ਨੰਬਰ ਕਾਫੀ ਹੈਗੇ। ਉਹ ਪੋਲਿਟਿਕਸ ਵਾਸਤੇ ਤੁਹਾਨੂੰ ਇੱਕ ਨਵੀਂ ਲੈਂਗੁਏਜ ਚਾਹੀਦੀ ਆ, ਉਹ ਅਜੇ ਇਹਨਾਂ ਕੋਲ ਨਹੀਂ ਲੱਗ ਰਹੀ, ਉਹ ਇਨਵੈਂਟ ਹੋ ਰਹੀ ਆ। ਦੇਖੋ ਅਜੇ ਕੀ ਹੁੰਦਾ, ਹੋਰ 6 ਮਹੀਨੇ ਸਾਲਾਂ ਦੇ ਵਿੱਚ ਜਿਹੜਾ ਉਹ ਕਾਫੀ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ। ਕਾਂਗਰਸ ਪਿਕਅਪ ਕਰਦੀ ਹੈ ਨਹੀਂ ਕਰਦੀ ਹੈ ਇਸ ਪਦ ਯਾਤਰਾ ਤੋਂ ਬਾਅਦ, ਕੇਜਰੀਵਾਲ ਦਾ ਸਿੱਕਾ ਗੁਜਰਾਤ ਚੱਲਦਾ ਨਹੀਂ ਚੱਲਦਾ, ਤੇ ਪੰਜਾਬ ਦੇ ਵਿੱਚ ਕੀ ਹੁੰਦਾ ਹੈਗਾ, ਉਹਦੇ ਨਾਲ ਵੀ ਕਈ ਚੀਜ਼ਾਂ ਅਨਫੋਲਡ ਹੋਣਗੀਆਂ। ਰੀਜਨਲ ਪਾਰਟੀ ਦਾ ਕੋਈ ਨਵਾਂ ਕੰਟੈਕਸਟ ਬੰਦਾ ਅਜੇ ਤੱਕ ਤਾਂ, ਜਿਵੇਂ ਆਈ ਕੰਪਲੀਟਲੀ ਐਗਰੀ ਵਿਦ ਸ਼ੇਖੋ ਸਾਹਿਬ ਕਿ ਇਹਨਾਂ ਦੀ ਕੋਈ ਆਪਣੀ ਕ੍ਰੈਡੀਬਿਲਿਟੀ ਲੋਕਲ ਲੈਵਲ ਤੇ ਕੀ ਹੈਗੀ। ਤੁਸੀਂ ਬਾਹਰ ਜਾ ਕੇ ਤਾਂ ਬੋਲ ਲਓਗੇ, ਪਰ ਲੋਕਲ ਤੁਹਾਡੇ ਨਾਲ ਕਿੰਨੇ ਬੰਦੇ ਹੈਗੇ ਉਸ ਤੇ ਡਿਪੈਂਡ ਕਰੇਗਾ। ਉਹ ਦੇਖਣਗੇ ਜੀ ਕਾਂਗਰਸ ਸਾਨੂੰ ਜ਼ਿਆਦਾ ਸੂਟ ਕਰਦੀ ਹੈ ਜਾਂ ਅਕਾਲੀ ਜ਼ਿਆਦਾ ਸੂਟ ਕਰਦੇ ਆ, ਉਹ ਦੇਖਣਗੇ। ਪੰਜਾਬ ਉਹਨਾਂ ਦੇ ਵਾਸਤੇ ਬਹੁਤਾ ਵੱਡਾ ਇਸ਼ੂ ਨਹੀਂ ਹੈਗਾ। ਮੇਨ ਇਸ਼ੂ ਉਹਨਾਂ ਦੇ ਵਾਸਤੇ ਜਿਹੜੀ ਸਾਊਥ ਇੰਡੀਆ ਹੈਗਾ, ਹਿੰਦੀ ਸਪੀਕਿੰਗ ਬੈਲਟ ਹੈਗੀ ਤੇ ਈਸਟਰਨ ਇੰਡੀਆ ਹੈਗਾ, ਜੇ ਉੱਥੇ ਉਹਨਾਂ ਨੂੰ ਵੋਟ ਮਿਲ ਜਾਣ, ਉੱਥੇ ਸੀਟਾਂ ਮਿਲ ਜਾਣ, ਤਾਂ ਉਹਨਾਂ ਨੂੰ ਲੱਗਦਾ ਕਿ ਵਾਇਬਲ ਆਪਸ਼ਨ ਮਿਲ ਸਕਦਾ ਨੈਸ਼ਨਲ ਲੈਵਲ। ਬਿਲਕੁਲ। ਪ੍ਰੋਫੈਸਰ ਸੇਖੋਂ ਸਾਹਿਬ, ਮੇਰੇ ਕੋਲ ਇਸ ਵੇਲੇ 2 ਸਵਾਲ ਨੇ ਤੁਹਾਡੇ ਲਈ ਜਿੱਥੇ ਮੈਂ ਫੋਕਸ ਕਰਨਾ ਚਾਹੁੰਦਾ ਹੈ। ਕੁਦਰਤੀ ਤੌਰ ਤੇ ਜਿਵੇਂ ਤੁਸੀਂ ਕਿਹਾ 0+0+0+ ਉਹ ਇਕੁਅਲ ਟੂ 0 ਹੈ, ਲੇਕਿਨ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੂਜੀ ਧਿਰ ਸੱਤਾ ਦੇ ਸਾਹਮਣੇ ਕੋਈ ਦੂਜੀ ਧਿਰ ਹੈ ਨਹੀਂ, ਇੱਕ ਤਾਂ ਅੰਤਰਦਵੰਦ ਹੈ ਪਾਰਟੀਆਂ ਦਾ, ਵਿਦਨ ਪਾਰਟੀ ਪੋਲਿਟਿਕਸ ਹੈ, ਔਰ ਦੂਜੇ ਬੰਨੇ ਇਹਨਾਂ ਦੇ ਜਿਹੜੇ 2 ਪਾਰਟੀਆਂ ਦੇ ਹੁਣ ਤੱਕ, ਕਿਉਂ ਕਾਂਗਰਸ ਔਰ ਅਕਾਲੀ ਦਲ, ਇਹਨਾਂ ਦੋਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜਾ ਗੈਪ, ਇਹ ਜਿਹੜੀ ਸਪੇਸ, ਇਹ ਜਿਹੜਾ ਖੜਾਵਾ, ਇਹਨੂੰ ਭਰੂਗਾ ਕੌਣ। ਹੁਣ ਸਭ ਤੋਂ ਵੱਡੀ ਦੌੜ ਇਸੇ ਗੱਲ ਦੀ ਲੱਗੀ ਹੈ, ਇਸੇ ਕਰਕੇ ਕੋਈ ਵੀ ਬੰਦਾ ਆਪਣੇ ਘਰ ਨਹੀਂ ਬੈਠ ਰਿਹਾ। ਸੁਖਬੀਰ ਸਿੰਘ ਬਾਦਲ ਵੀ ਐਕਸਪੈਰੀਮੈਂਟ ਕਰ ਰਿਹਾ, ਲਗਾਤਾਰ ਉਹਨਾਂ ਨੂੰ ਅੰਦਰੋਂ ਚੁਣੌਤੀ ਹੈ, ਪਰ ਉਹ ਐਕਸਪੈਰੀਮੈਂਟ ਕਰ ਰਹੇ ਆ। ਸੋ ਮੈਂ 2 ਸਵਾਲ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਕਿ ਜੇਕਰ ਅਕਾਲੀ ਦਲ ਸਮਾਨਾਂਤਰ, ਇੱਕ ਪਾਸੇ ਤਾਂ ਉਹ ਤੀਜੇ
ਧਿਰ ਨਾਲ ਜਾ ਕੇ ਖਲੋਣ ਦੀ ਕੋਸ਼ਿਸ਼ ਕਰ ਰਿਹਾ ਅੱਜ ਉਹ ਸੁਖਬੀਰ ਸਿੰਘ ਬਾਦਲ ਆਪਣਾ ਐਫਰਟਸ ਉਹ ਦਿਖਾ ਰਹੇ ਆ। ਤੇ ਦੂਜੇ ਬੰਨੇ ਅੰਦਰ ਖਾਤੇ ਗੱਲ ਚੱਲ ਰਹੀ ਹੈ ਕਿ ਬੀਜੇਪੀ ਨਾਲ ਗੱਠਜੋੜ ਕਰਕੇ ਕਾਂਗਰਸ ਨੂੰ ਪਾਸੇ ਧੱਕਤਾ ਜਾਵੇ ਔਰ ਆਮ ਆਦਮੀ ਪਾਰਟੀ ਦੇ ਮੁਕਾਬਲੇ ਤੇ ਜਿਹੜੀ ਸਪੇਸ ਹੈ, ਖਾਲੀ ਹੋਣੀ ਸਪੇਸ ਹੈ 24 ਲਈ, ਉਹ ਬੀਜੇਪੀ ਪਲੱਸ ਕੈਪਟਨ ਅਮਰਿੰਦਰ ਸਿੰਘ ਹੁਣ ਅੰਦਰ ਹੀ ਨੇ, ਪਲੱਸ ਨਾਲ ਅਕਾਲੀ ਦਲ ਤੇ ਹੋਰ ਛੋਟੇ-ਮੋਟੇ ਧੜੇ ਰਲ ਕੇ ਇਹ ਦੇ ਦੇਣ। ਹੁਣ ਮੈਨੂੰ ਦੱਸੋ ਕਿ ਇੱਕੋ ਹੀ ਸਮੇਂ ਦੋ ਬੇੜੀਆਂ 'ਚ ਸਵਾਰ ਹੋ ਕੇ ਇਸ ਗੱਲ ਨੂੰ ਅੱਗੇ ਵਧਾਇਆ ਜਾ ਸਕਦਾ? ਸੁਖਬੀਰ ਬਾਦਲ ਦੀ ਇਹ ਰਣਨੀਤੀ, ਇਹਨੂੰ ਕਿਵੇਂ ਤੁਸੀਂ ਐਡਰੈਸ ਕਰੋਗੇ? ਅਸੀਂ ਕਿਵੇਂ ਸਮਝੀਏ? ਕਿਉਂਕਿ ਤੁਸੀਂ ਰਾਜਨੀਤੀ ਪੜ੍ਹਾਈ ਹੈ ਤੇ ਸਮਝੀ ਵੀ ਹੈ। ਹੁਣੇ ਹੀ ਤੁਸੀਂ ਇੱਕ ਵੱਡਾ ਆਰਟੀਕਲ ਅਕਾਲੀ ਦਲ ਤੇ ਲਿਖਿਆ ਸੀ ਔਰ ਬੜੀ ਰਿਸਰਚ ਤੋਂ ਬਾਅਦ ਲਿਖਿਆ ਸੀ। ਮੈਨੂੰ ਦੱਸੋ ਕਿ ਇਸ ਸਥਿਤੀ ਦੇ ਵਿੱਚ ਪੰਜਾਬ ਦੀ ਪੋਲਿਟਿਕਸ ਕੋਈ ਅਸਰਅੰਦਾਜ਼ ਹੁੰਦੀ ਹੈ? ਇਹਨਾਂ ਦੇ ਯਤਨ ਜਿਹੜੇ ਆ ਉਹਦੇ ਨਾਲ ਪੰਜਾਬ ਦੇ ਵਿੱਚ ਕੋਈ ਹਲਚਲ ਪੈਦਾ ਹੁੰਦੀ ਹੈ? ਮੈਨੂੰ ਲੱਗਦਾ ਹੈ ਕਿ ਜਿਹੜਾ ਬੀਜੇਪੀ ਦਾ ਕਾਂਗਰਸ ਜਿਹੜਾ ਹੁੰਦਾ ਕਾਂਗਰਸਿਜ਼ਮ ਹੋ ਰਿਹਾ, ਕਾਂਗਰਸ ਦੇ ਵਿੱਚੋਂ ਤਾਂ ਬਹੁਤ ਖੋਖਲੀ ਹੋ ਗਈ। ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਜਿਹੜੇ ਲੀਡਰ ਸੀਗੇ, ਮੁੱਖ ਮੰਤਰੀ ਵਰਗੇ ਜਾਂ ਹੋਰ ਮੰਤਰੀ ਜਿੰਨੇ ਵੀ ਇਹਨਾਂ ਦੇ ਥੱਲੇ ਵਾਲੇ ਹੋਰ ਸੰਤਰੀ ਵੀ ਸੀਗੇ ਜਾਂ ਹੋਰ ਵੀ ਇੱਧਰ ਉੱਧਰੋਂ ਫੜ ਕੇ ਸਾਰੇ ਬੀਜੇਪੀ ਜਾ ਰਹੇ ਆ। ਜਿਹੜੇ ਰਹਿੰਦੇ ਖੁੰਦੇ ਆ ਉਹਨਾਂ ਵਿੱਚ ਚਲੇ ਜਾਣਾ ਸੀ ਕਿਉਂਕਿ ਇਹਨਾਂ ਦੇ ਕਰਪਸ਼ਨ ਦੇ ਜਿਨ੍ਹਾਂ ਦੇ ਕੇਸ ਹੈਗੇ, ਈਡੀ ਦੇ ਕੇਸ ਆ, ਸ਼ਾਇਦ ਬੀਜੇਪੀ ਨੇ ਹੁਣ ਉਹਨਾਂ ਲਈ ਦਰਵਾਜ਼ਾ ਬੰਦ ਕਰ ਦਿੱਤਾ। ਤੋ ਇਸ ਕਰਕੇ ਕਾਂਗਰਸ ਦੀ ਪੋਜੀਸ਼ਨ ਤਾਂ ਵੀਕ ਹੋਈ ਆ। ਜੇ ਕਾਂਗਰਸ ਵਾਲੇ ਜਿਹੜੇ ਹੈਗੇ ਬੀਜੇਪੀ ਚਲੇ ਜਾਣਗੇ ਤੇ ਅਕਾਲੀ ਦਲ ਤਾਂ ਇਹ ਸੋਚੂਗਾ ਵੀ ਉਹ ਬੀਜੇਪੀ ਵਾਲੇ ਹੀ ਹੈਗੇ ਆ। ਸਮੱਸਿਆ ਇਹ ਹੈ ਕਿ ਕਾਂਗਰਸ ਦੀ ਇਸ ਨਵੀਂ ਲੀਡਰਸ਼ਿਪ ਦਾ ਜਿਹੜਾ ਡੈਲਮਾ ਸੀਗਾ ਕਿ ਕੀ ਸਟੈਂਡ ਲੈਣਾ ਵਾ ਪੰਜਾਬ ਦੇ ਇੰਟਰਸਟ ਦੇ ਵਿੱਚ, ਕੀ ਨਹੀਂ ਲੈਣਾ, ਉਹਨੇ ਇਹਦਾ ਜਿਹੜਾ ਹੈਗਾ ਇਹਨੂੰ ਡੋਬਿਆ ਹੈ। ਉਹਨੇ ਇਹਦੇ ਵਾਸਤੇ ਸਮੱਸਿਆ ਖੜੀਆਂ ਕੀਤੀਆਂ। ਪਹਿਲੇ ਸਮੇਂ ਅਕਾਲੀ ਦਲ ਦੀ ਵਿਚਾਰਧਾਰਾ ਬਹੁਤ ਕਲੀਅਰ ਹੁੰਦੀ ਸੀ। ਉਹ ਚਾਹੇ ਸਿੱਖਾਂ ਦੀ ਪਾਰਟੀ ਦੀ ਗੱਲ ਕਰਦੇ ਸੀ, ਪੰਜਾਬ ਦੇ ਮੁੱਦਿਆਂ ਦੇ ਉੱਤੇ ਜਿਹੜੇ ਪੰਜਾਬ ਦੇ ਸੈਂਸਿਟਿਵ ਮੁੱਦੇ ਸੀ ਉਹਨਾਂ ਤੇ ਬਹੁਤ ਕਲੀਅਰ ਸੀਗੀ। 2007 ਤੋਂ ਬਾਅਦ ਖਾਸ ਕਰਕੇ ਜਿਹੜੀ ਕੰਪਰੋਮਾਈਜ਼ਿੰਗ ਇਹਨਾਂ ਦੀ ਪੋਜੀਸ਼ਨ ਰਹੀ ਆ, ਉਹਨੇ ਅੱਜ ਇਸ ਨੂੰ ਇਸ ਹਾਸ਼ੀਏ ਤੇ ਖੜਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਤੋਂ ਬੀਜੇਪੀ 'ਚ ਜਾਣ ਤੋਂ ਸਿਵਾਏ ਹੋਰ ਕੋਈ ਰਾਸਤਾ ਇਸ ਕਰਕੇ ਨਹੀਂ ਬਚਿਆ। ਪੋਲਿਟਿਕਸ ਕੁਝ ਵੀ ਹੋ ਸਕਦਾ ਕਿਉਂਕਿ ਤੁਸੀਂ ਦੇਖੋ ਕਿ ਪਿਛਲੀਆਂ 2022 ਦੀਆਂ ਚੋਣਾਂ 'ਚ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਉਹ 23 ਸੀਟਾਂ ਨਹੀਂ ਮੰਗਣਗੇ। ਹੁਣ ਹੋ ਸਕਦਾ ਵੀ 35 ਸੀਟਾਂ ਮੰਗਣ, ਜਾਂ ਹੋ ਸਕਦਾ ਉਹ ਅੱਧੀਆਂ ਸੀਟਾਂ ਮੰਗਣ, ਜਾਂ ਹੋ ਸਕਦਾ ਵੀ ਉਹ ਹੋਰ ਇਹਨਾਂ ਦੀ ਧੌਣ ਤੇ ਇਹਨਾਂ ਦੇ ਬੰਦੇ ਹੀ ਉਸ ਪਾਸੇ ਵੱਲ ਚਲੇ ਜਾਣ। ਤੇ ਮੈਨੂੰ ਲੱਗਦਾ ਵੀ ਕੁੱਲ ਮਿਲਾ ਕੇ ਅਲਟੀਮੇਟਲੀ ਹੋਊਗਾ ਇਹੀ ਕਿ ਇਹਨਾਂ ਨੂੰ ਬੀਜੇਪੀ ਇੱਕ ਵਾਇਬਲ ਆਲਟਰਨੇਟਿਵ ਜਿਹੜਾ ਹੈਗਾ, ਖਾਸ ਕਰਕੇ ਇਸ ਕਿਸਮ ਦਾ ਅਲਾਇੰਸ, ਕਿਉਂਕਿ ਇਹਨਾਂ ਦੇ ਇੰਟਰਸਟ ਪੁਰਾਣੀ ਸਾਂਝ ਵੀ ਬਹੁਤ ਲੰਮੀ ਆ। 9 ਮਾਸ ਦੇ ਰਿਸ਼ਤੇ ਦੀ ਵੀ ਗੱਲ ਕਰ ਦਿੰਦੇ ਆ। ਸੈਂਟਰ ਦੇ ਵਿੱਚ ਸਰਕਾਰਾਂ ਵੀ ਹੈਗੀਆਂ ਵਾ, ਜਿਹੜੇ ਇਹਨਾਂ ਨੇ ਕੰਮਕਾਰ ਕੀਤੇ ਆ ਉਹਦੇ ਵਿੱਚ ਉਹ ਪ੍ਰੋਟੈਕਸ਼ਨ ਵੀ ਦੇ ਸਕਦੇ ਆ ਜਾਂ ਇਹਨਾਂ ਦੇ ਇੰਟਰਸਟ ਨੂੰ ਸੇਵ ਕਰ ਸਕਦੇ ਆ, ਸਰਵ ਕਰ ਸਕਦੇ ਆ। ਪਰ ਵੱਡਾ ਸਵਾਲ ਇਹ ਹੈਗਾ, ਦੋ ਸਵਾਲ ਇੱਥੇ ਆਉਂਦੇ ਆ। ਇੱਕ ਤੇ ਲੀਡਰਾਂ ਦਾ ਕੁਐਸਚਨ ਹੈਗੀ ਆ, ਇੱਕ ਲੋਕਾਂ ਦਾ ਸਵਾਲ ਹੈ। ਕੀ ਲੋਕ ਜੋ ਇਹ ਪੈਂਤੜੇਬਾਜ਼ੀ ਕਰਦੇ ਆ, ਉਹ ਪੈਂਤੜੇਬਾਜ਼ੀ ਲੋਕਾਂ ਨੂੰ ਸੂਟ ਕਰਦੀ ਆ? ਇਹਨਾਂ ਦੇ ਮੁਤਾਬਕ ਚੱਲਣਗੇ? ਕਿਉਂਕਿ ਕਿਸੇ ਵੀ ਲੀਡਰ ਦਾ ਵੱਡਾ ਹੋਣਾ ਜਾਂ ਛੋਟਾ ਹੋਣਾ ਉਹਦੀ ਫੋਲੋਇੰਗ ਤੇ ਡਿਪੈਂਡ ਕਰਦਾ ਵਾ, ਉਹਦੀ ਜਿਹੜੀ ਲੋਕ ਨੂੰ ਵੋਟਾਂ ਪਾਉਂਦੇ ਉਹ ਤੇ ਡਿਪੈਂਡ ਕਰਦਾ। ਮੈਨੂੰ ਲੱਗਦਾ ਕਿ ਜਿਸ ਕਿਸਮ ਦਾ ਵਰਤਾਰਾ ਖਾਸ ਕਰਕੇ ਅਕਾਲੀ ਦਲ ਦੀ ਲੀਡਰ, ਜਿਹੜੀ ਮੈਂ ਸ਼ਾਇਦ ਉਹਦੇ ਵਿੱਚ ਕੋਸ਼ਿਸ਼ ਕੀਤੀ, ਜਿਹੜਾ 23 ਤਰੀਕ ਨੂੰ ਪੰਜਾਬੀ ਟ੍ਰਿਬਿਊਨ 'ਚ ਆਰਟੀਕਲ ਛਪਿਆ ਸੀਗਾ ਕਿ ਫੋਕਸ ਇਹ ਕੀਤਾ ਸੀਗਾ ਵੀ ਕ੍ਰਾਈਸਿਸ ਜਿਹੜਾ ਹੈਗਾ ਉਹ ਲੀਡਰਸ਼ਿਪ ਦਾ ਹੈ। ਕ੍ਰਾਈਸਿਸ ਇਹਨਾਂ ਦੀ ਫੋਲੋਇੰਗ 'ਚ ਨਹੀਂ ਹੈ। ਅਜੇ ਵੀ 18-20% ਵੋਟ ਸ਼ੇਅਰ ਹੈਗਾ। ਮਰਿਆਂ ਤੋਂ ਮਰਿਆਂ ਵੀ ਇਹਨਾਂ ਵੋਟ ਸ਼ੇਅਰ ਲੈ ਕੇ ਜਾ ਰਹੇ ਆ। ਅਜੇ ਵੀ ਇਹ ਬਹੁਤ ਸੀਟਾਂ ਦੇ ਵਿੱਚ ਰਨਰ ਅਪ ਹੈਗੇ ਸੀਗੇ। ਪਰ ਸਮੱਸਿਆ ਇਹ ਹੈਗਾ ਕਿ ਜਿਹੜਾ ਇਹ ਕ੍ਰਿਸ ਕ੍ਰਾਸ ਕਰਦੇ ਆ ਜਾਂ ਜਿਹੜਾ ਜਿਸ ਕਿਸਮ ਦਾ ਇਹ ਆਪਣਾ ਸਟੈਂਡ ਬਦਲਦੇ ਆ, ਬੀਜੇਪੀ ਤੋਂ ਬਾਹਰ ਆਏ, ਮੁੜ ਕੇ ਬੀਜੇਪੀ ਦੇ ਪ੍ਰੈਜ਼ੀਡੈਂਟ ਨੂੰ ਇਹਨਾਂ ਨੇ ਸਪੋਰਟ ਕਰ ਦਿੱਤੀ ਬਿਨਾਂ ਪੁੱਛਿਆ। ਇੱਕ ਐਮਐਲਏ ਇਹਨਾਂ ਤੋਂ ਬਾਗੀ ਹੋ ਗਿਆ, ਤਿੰਨਾਂ ਚੋਂ ਇੱਕ ਐਮਐਲਏ ਬਾਗੀ ਹੋ ਗਿਆ। ਮੈਨੂੰ ਲੱਗਦਾ ਹੈ ਕਿ ਲੀਡਰਸ਼ਿਪ, ਕਿਉਂਕਿ ਡੈਮੋਕ੍ਰੈਟਿਕ ਪ੍ਰੋਸੈਸ ਦੀ ਘਾਟ ਹੈਗੀ ਆ, ਉੱਥੇ ਆਪਸ ਵਿੱਚ ਮਸ਼ਵਰੇ ਦੀ ਘਾਟ ਹੈਗੀ ਆ, ਸਿਆਣੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਤੁਹਾਨੂੰ ਆਲੇ ਦੁਆਲੇ ਉਹ ਜਿਹੜੀ ਨਹੀਂ ਮਿਲ ਰਹੀ। ਔਰ ਖਾਸ ਕਰਕੇ ਪ੍ਰਧਾਨ ਜੀ ਦਾ ਜਿਹੜਾ ਹੈਗਾ ਸਾਰਾ ਵਿਵਹਾਰ ਹੈਗਾ ਵਾ ਕਿਸੇ ਵੀ ਕਿਸਮ ਦਾ, ਮੈਂ ਉਹਦੇ 'ਚ ਰੈਫਰੈਂਸ ਕੀਤਾ ਵੀ ਝੁੰਦਾ ਕਮੇਟੀ ਦੇ ਉੱਤੇ ਇਹਨਾਂ ਨੂੰ ਲੰਮੀ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ। 2 ਸਵਾਲਾਂ ਤੋਂ ਬਾਅਦ ਇਹਨਾਂ ਨੇ ਪੱਤਰਕਾਰਾਂ ਨੂੰ ਸਵਾਲ ਕਰਨੇ ਸ਼ੁਰੂ ਕਰਤੇ ਤੇ ਤੁਹਾਨੂੰ ਹੋਰ ਕੋਈ ਟਾਈਮ ਨਹੀਂ ਹੈਗਾ। ਮੈਨੂੰ ਲੱਗਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਬਹੁਤ ਪੈਰ ਇਹਦੇ ਹਿੱਲੇ ਪਏ ਆ ਅਲਟੀਮੇਟਲੀ, ਕਿਉਂਕਿ ਕਾਂਗਰਸ ਨਾਲ ਇਹ ਜਾਣਗੇ ਨਹੀਂ ਔਰ ਇਹਨਾਂ ਕੋਲ ਬਚਿਆ ਬੁਚਿਆ ਜਿਹੜਾ ਹੈਗਾ ਵਾ ਉਹ ਬੀਜੇਪੀ ਹੈਗੀ ਆ, ਕਿਉਂਕਿ ਕਾਂਗਰਸ ਵੀ ਅੱਧੀ ਵਿਚਾਰੀ ਬੀਜੇਪੀ 'ਚ ਪਹੁੰਚ ਗਈ ਆ। ਹਾਂ, ਇਹ ਗੱਲ ਠੀਕ ਆ ਕਿ ਬੀਜੇਪੀ ਦੀ ਸਾਰੀ ਕੋਸ਼ਿਸ਼ ਹੈਗੀ ਆ ਕਿ ਅਸੀਂ ਕਾਂਗਰਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਈਨਸ ਕਰਕੇ, ਅਕਾਲੀ ਦਲ ਤੇ ਵੈਸੇ ਹੀ ਖਿਲਰਿਆ ਪੁਲਰਿਆ ਵਾ, ਅਸੀਂ ਇੱਥੋਂ ਦੀ ਇੱਕ ਵੱਡੀ ਧਿਰ ਬਣੀਏ। ਅਸੀਂ ਜਿਹੜਾ ਇੱਥੋਂ ਦਾ ਖਾਸ ਕਰਕੇ ਆਮ ਆਦਮੀ ਪਾਰਟੀ, ਕਿਉਂਕਿ ਦੇਖਿਆ ਦਿੱਲੀ ਦੇ ਵਿੱਚ ਵੀ ਉਹੀ ਉਹਦਾ ਵੱਡੀ ਧਿਰ ਹੈਗੀ ਆ। ਪਰ ਸਵਾਲ ਇੱਥੇ ਫਿਰ ਵੱਡਾ ਉੱਠਦਾ ਵਾ ਕਿ ਕੀ ਇਹਨਾਂ ਲੀਡਰਾਂ ਦੇ ਜਾਣ ਨਾਲ ਕਿਹੜੇ ਲੀਡਰ ਗਏ ਆ, ਕਿਹੜੇ ਲੀਡਰ ਖਲੋਤੇ ਆ? ਕਿਉਂ
ਇਹਦੇ ਸਿਰ ਤੇ ਤੁਹਾਡੇ ਬਣਨੀਆਂ ਵੋਟਰ ਆ। ਜੋਧਕਾ ਸਾਹਿਬ ਮੇਰੇ ਨਾਲ ਐਗਰੀ ਕਰਨਗੇ, ਵੋਟਰ ਆਟੋਨਮਸ ਹੋਏ ਆ, ਵੋਟਰ ਨਹੀਂ ਰਹੇ, ਖਾਸ ਕਰਕੇ ਵੋਟ ਪਾਉਣ ਵੇਲੇ ਨਾ ਉਹ ਜਾਤ ਦੇ ਜ਼ਿਆਦਾ ਗੁਲਾਮ ਹੈਗੇ ਆ, ਨਾ ਉਹ ਧਰਮ ਦੇ ਜ਼ਿਆਦਾ ਗੁਲਾਮ ਹੈਗੇ ਆ, ਨਾ ਆਕੂਪੇਸ਼ਨਲ ਕੈਟਾਗਰੀ ਦੇ ਗੁਲਾਮ ਹੈ, ਨਾ ਇਸ ਗੱਲ ਦੇ ਗੁਲਾਮ ਹੈਗੇ ਆ ਕਿ ਇਹ ਲੀਡਰ ਦਾ ਜਿਹੜਾ ਬਾਬਾ ਸੀ ਜਾਂ ਦਾਦਾ ਸੀ ਜਾਂ ਪੜਦਾਦਾ ਸੀਗਾ ਉਹਨੇ ਪੰਜਾਬ ਲਈ ਬਹੁਤ ਕੁਝ ਕੀਤਾ ਜਾਂ ਜਿਹੜਾ ਹੈਗਾ ਆਹ ਕੰਮ ਕੀਤਾ। ਇਸ ਕਰਕੇ ਇਹਨਾਂ ਕੋਲ ਸਵਾਏ ਬੀਜੇਪੀ ਦੇ ਕੋਲ ਜਾਣ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਹੋਰ ਵਿਕਲਪ ਬਚਿਆ ਹੈ। ਜੀ ਪ੍ਰੋਫੈਸਰ ਜੋਧਕਾ ਸਾਹਿਬ, ਸਵਾਲ ਇਸ ਗੱਲ ਦਾ ਹੈ ਕਿ ਬੀਜੇਪੀ ਦਾ ਵਿਹਾਰ ਕਿਵੇਂ ਹੈ, ਖਾਸ ਤੌਰ ਤੇ ਇੱਥੋਂ ਦੀ ਬਹੁਗਿਣਤੀ ਪ੍ਰਤੀ। ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਸੰਸਦੀ ਬੋਰਡ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਨੂੰ ਲਿਆਂਦਾ, ਪਹਿਲਾਂ ਉਹਨਾਂ ਨੂੰ ਘੱਟ ਗਿਣਤੀ ਦਾ ਚੇਅਰਮੈਨ ਲਾਇਆ। ਉਹ ਸਾਬਤ ਸੂਰਤ ਘੱਟੋ ਘੱਟ ਹੈਗੇ ਨੇ ਔਰ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਸ ਘੱਟ ਗਿਣਤੀ ਨੂੰ ਸਤਿਕਾਰ ਦਿੰਦੇ ਆ। ਹੁਣ ਜਦੋਂ ਆਪਣੇ ਤੌਰ ਤੇ ਉਹ ਐਫਰਟਸ ਲਾ ਹੀ ਰਹੇ ਆ ਤਾਂ ਕੀ ਉਹ ਆਪਣੇ ਪੁਰਾਣੇ ਟਾਈਮ ਟੈਸਟਡ ਸਾਥੀ ਨੂੰ ਕਿਸੇ ਤਰੀਕੇ ਨਾਲ ਲਿਓਰ ਕਰਨਗੇ, ਨਾਲ ਲੈਣਗੇ? ਪਿੱਛੇ ਉਹਨਾਂ ਦਾ ਰੁਖ ਬੜਾ ਸਾਫ਼ ਸੀ, ਉਹ ਕਹਿੰਦੇ ਅਸੀਂ ਲੈਣਾ ਨਹੀਂ, ਉਹ ਪਰਿਵਾਰਵਾਦ ਦੀ ਰਾਜਨੀਤੀ ਦੇ ਖਿਲਾਫ ਹੀ ਬੋਲਦੇ ਆ। ਹੁਣ ਸੁਖਬੀਰ ਸਿੰਘ ਬਾਦਲ ਅੱਜ ਫਤਿਆਬਾਦ ਦੇ ਵਿੱਚ ਇਹ ਕਹਿ ਰਹੇ ਸੀ ਵੀ ਗਲਤੀ ਨਾਲ ਕੇਜਰੀਵਾਲ ਨੂੰ ਨਾਲ ਨਾ ਲੈ ਲਿਓ। ਮਤਲਬ ਇਹ ਗੱਲ ਤਾਂ ਸਾਫ਼ ਹੋ ਗਈ ਕਿ ਜਿਹੜਾ ਵਿਅਕਤੀ ਕੇਜਰੀਵਾਲ ਦੇ ਖਿਲਾਫ ਹੋਊਗਾ ਉਹਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਚੱਲਣ 'ਚ ਕੋਈ ਮੁਸ਼ਕਲ ਨਹੀਂ। ਔਰ ਜੇ ਕਾਂਗਰਸ ਦੇ ਖਿਲਾਫ ਸਦਾ ਹੀ ਉਹ ਚੱਲਦੇ ਰਹੇ ਤੇ ਹੁਣ ਵੀ ਉਹ ਸਟੈਂਡ ਤਾਂ ਲੈਣਗੇ ਕਿ 84 ਦੇ ਮਾਮਲੇ 'ਚ ਉਹ ਦਰਬਾਰ ਸਾਹਿਬ ਤੇ ਹਮਲੇ ਤੇ ਨੂੰ ਲੈ ਕੇ। ਇਹਦਾ ਮਤਲਬ ਕਿ ਕੁੱਲ ਮਿਲਾ ਕੇ, ਕਿਉਂਕਿ ਨਤੀਸ਼ ਕੁਮਾਰ ਕੋਲ ਕਾਂਗਰਸ ਨਾਲ ਜਾਣ ਤੋਂ ਬਿਨਾਂ, ਚੱਲਣ ਤੋਂ ਬਿਨਾਂ ਕੋਈ ਰਾਹ ਨਹੀਂ ਬਚਿਆ, ਉਹ ਬਹੁਤਾ ਨਾ ਕੇਜਰੀਵਾਲ ਨੂੰ ਵੀ ਨਹੀਂ ਕਰ ਸਕਦੇ। ਸੋ ਜੇ ਬੀਜੇਪੀ ਅਕਾਲੀ ਦਲ ਨੂੰ ਨਾਲ ਲੈਂਦੀ ਆ ਤੇ ਤੁਹਾਨੂੰ ਲੱਗਦਾ ਹੈ ਕਿ ਨਵੇਂ ਸਮੀਕਰਨ ਬਣ ਸਕਦੇ ਆ? ਤੁਸੀਂ ਇਸ ਸਾਰੇ ਦ੍ਰਿਸ਼ ਨੂੰ ਕਿਵੇਂ ਦੇਖ ਰਹੇ ਹੋ ਔਰ ਕੀ ਪੰਜਾਬ ਦੇ ਲੋਕ ਜਿਹੜੇ ਹੁਣੇ ਰਿਵੋਲਟ ਕਰਕੇ ਇੱਕ ਨਵੀਂ ਧਿਰ ਨੂੰ ਲੈ ਕੇ ਆਏ ਆ, ਉਹ ਪੁਰਾਣੀਆਂ ਨੂੰ ਜਿਨ੍ਹਾਂ ਨੂੰ ਰੱਦ ਕਰ ਚੁੱਕੇ ਆ, ਜਿਨ੍ਹਾਂ ਨੂੰ ਖੇਤੀ ਬਿੱਲਾਂ ਦੇ ਮਾਮਲੇ 'ਚ ਕਿਉਂਕਿ ਬੀਜੇਪੀ ਨਾਲ ਸਿੱਧਾ ਰੱਦ ਕੀਤਾ ਸੀਗਾ, ਬੀਜੇਪੀ ਨੂੰ ਬਹੁਤ ਬੁਰੇ ਤਰੀਕੇ ਨਾਲ ਨਕਾਰਿਆ ਸੀ ਪੰਜਾਬ ਦੇ ਲੋਕਾਂ ਨੇ, ਈਵਨ ਜੇਤਲੀ ਸਾਹਿਬ ਵਰਗੇ ਵੱਡੇ ਬੰਦੇ, ਵੱਡੇ ਸਟੇਚਰ ਵਾਲੇ ਵੀ ਹਰਾਏ ਆ। ਸੋ ਇਹ ਸਾਰੀ ਜਮਾ ਘਟਾਓ ਦੇ ਵਿੱਚ ਕਿਸੇ ਨੂੰ ਕੋਈ ਲਾਭ ਹੋ ਸਕਦਾ, ਇੱਥੋਂ ਕੁਝ ਪ੍ਰਾਪਤੀ ਹੋ ਸਕਦੀ ਹੈ? ਇਹ ਕਾਗਜ਼ ਦੇ ਉੱਤੇ ਤਾਂ ਗੱਠਜੋੜ ਬਹੁਤ ਵੱਡੇ ਲੱਗਣਗੇ, ਬੜੇ ਵੱਡੇ ਲੀਡਰ ਲੱਗਣਗੇ, ਪਰ ਕੀ ਲੋਕ ਇਹਨੂੰ ਮਾਨਤਾ ਦੇਣਗੇ? ਜਿਵੇਂ ਸੇਖੋਂ ਸਾਹਿਬ ਨੇ ਤਾਂ ਸਾਫ਼ ਲੀਕ ਮਾਰੀ ਆ ਕਿ ਇਹਨਾਂ ਕੋਲ ਕੋਈ ਰਸਤਾ ਨਹੀਂ ਬਚਦਾ, ਪਰ ਹੁਣ ਕੀ ਜੇ ਇਹੀ ਰਸਤੇ ਤੇ ਚੱਲਣਗੇ ਤਾਂ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਸਮਰਥਨ, ਜਨ ਸਮਰਥਨ, ਵੋਟਾਂ, ਸੱਤਾ, ਕੋਈ ਰਾਜ ਮਿਲ ਸਕਦਾ? ਬੀਜੇਪੀ ਵੀ ਆਪਣਾ ਇੰਟਰਨਲੀ ਨਾ ਇੱਕ ਉਹਦਾ ਵੀ ਟਰਾਂਸਫਾਰਮੇਸ਼ਨ ਹੋ ਰਿਹਾ। ਉਹਦੇ ਦੋ ਤਿੰਨ ਚੀਜ਼ਾਂ ਹੈਗੀਆਂ। ਇੱਕ ਤਾਂ ਜਿਹੜਾ ਪੁਰਾਣਾ ਆਰਐਸਐਸ ਦਾ ਇੱਕ ਆਪਣੀ ਅੰਡਰਸਟੈਂਡਿੰਗ ਹੈਗੀ ਇੰਡੀਆ ਦੀ ਸੋਸਾਇਟੀ ਦੇ ਬਾਰੇ, ਦੇ ਵਿੱਚ ਉਹਦੇ ਸਿੱਖਾਂ ਦੇ ਬਾਰੇ ਕੀ ਐਟੀਟਿਊਡ ਹੋਣਾ ਚਾਹੀਦਾ, ਉਹਦੇ 'ਚ ਉਹਨਾਂ ਨੂੰ ਬੜੀ ਕਲੈਰਿਟੀ ਹੈਗੀ ਕਿ ਭਾਈ ਸਿੱਖ ਜਿਹੜਾ ਲਾਰਜਰ ਸਨਾਤਨ ਪਰਿਵਾਰ ਹੈਗਾ, ਉਹਨੂੰ ਹਿੰਦੂ ਕਹਿ ਲਿਆ, ਜੋ ਮਰਜ਼ੀ ਕਹਿ ਲਓ, ਉਹਦਾ ਹਿੱਸਾ ਨੇ ਤੇ ਇਹ ਥੋੜੇ ਵੱਖਰੇ ਹੈਗੇ ਤੇ ਉਹਨਾਂ ਦੇ ਵੱਖਰੇ ਨਖਰੇ ਤੁਸੀਂ ਝੇਲ ਸਕਦੇ ਹੋ। ਤੇ ਉਹ ਸਿੰਬੋਲਿਕ ਲੈਵਲ ਤੇ ਉਹ ਕੋਸ਼ਿਸ਼ ਕਰ ਰਿਹਾ ਕਿ ਸਿੱਖਾਂ ਨੂੰ ਰੀਚ ਕੀਤਾ ਜਾਏ। ਤੁਸੀਂ ਦੇਖਿਆ ਹੋਣਾ ਪ੍ਰਾਈਮ ਮਿਨਿਸਟਰ ਨੇ ਆਪ ਸਿੰਬੋਲਿਕ ਮੀਟਿੰਗਾਂ ਕੀਤੀਆਂ, ਉਹਦੇ ਵੀਡੀਓ ਬਣਾ ਕੇ ਇਸ਼ੂ ਵੀ ਕੀਤੇ। ਪਰ ਉਹ ਸਾਰਾ ਦਾ ਸਾਰਾ ਜਿਹੜਾ ਅਪੀਲ ਹੈਗਾ ਉਹ ਸਿੱਖ ਇਲੀਟ ਤੱਕ ਹੈਗਾ, ਜਿਹੜਾ ਅਰਬਨ ਸਿੱਖ ਹੈਗਾ ਜਾਂ ਜਿਹੜਾ ਸਿੱਖ ਆਲਰੇਡੀ ਕਿਸੇ ਨਾ ਕਿਸੇ ਐਸਟੈਬਲਿਸ਼ ਪੋਜੀਸ਼ਨ ਵਿੱਚ ਹੈਗੇ। ਹਾਂ ਜੀ, ਸ਼ੇਖੋ ਸਾਹਿਬ ਨੂੰ ਵਾਈਸ ਚਾਂਸਲਰਸ਼ਿਪ ਆਫਰ ਕਰ ਦੇਣਗੇ, ਦੇਖੋ ਸਾਡੇ ਕੋਲ 2 ਪੱਗਾਂ ਵਾਲੇ ਗਵਰਨਰ ਹੈਗੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਇਸੇ ਤਰੀਕੇ ਹੀ ਜਿਹੜਾ ਸਾਡਾ ਸਿੱਖ ਸਮਾਜ ਸਾਰਾ ਉਹਨਾਂ ਦੇ ਪਿੱਛੇ ਆ ਜਾਏਗਾ। ਜਿਹੜੀ ਪੰਜਾਬ ਦੀ ਪੋਲਿਟਿਕਸ ਹੈਗੀ ਉਹ ਅਜੇ ਤੱਕ ਉਹਨਾਂ ਨੇ ਮੈਨੂੰ ਲੱਗਦਾ ਸਮਝਣ ਦੀ ਕੋਸ਼ਿਸ਼ ਸ਼ੁਰੂ ਹੀ ਨਹੀਂ ਕੀਤੀ। ਜਿਵੇਂ ਉਹਨੂੰ ਅਮਰਿੰਦਰ ਸਿੰਘ ਵਰਗੇ ਬੰਦੇ ਨੂੰ ਅੰਦਰ ਲੈ ਲੈਣਾ, ਉਹਦਾ ਪਤਾ ਉਹਨਾਂ ਨੂੰ ਕੋਈ ਮਿਲਣਾ ਨਹੀਂਗਾ। ਅਮਰਿੰਦਰ ਸਿੰਘ ਦੇ ਆਪਣੇ ਇੰਟਰਸਟ ਹੈਗੇ, ਚਲੋ ਜੀ ਠੀਕ ਆ, ਬੀਜੇਪੀ ਨਾਲ ਬੈਠਾਂਗੇ ਤਾਂ ਈਡੀ ਨਹੀਂ ਆਏਗਾ ਜਾਂ ਹੋਰ ਕੋਈ ਵੀਜ਼ਾ ਵੂਜ਼ਾ ਮਿਲ ਜਾਏਗਾ ਜਾਂ ਜੋ ਵੀ ਹੈਗਾ, ਪਰ ਐਸ ਸੱਚ ਕੋਈ ਬੀਜੇਪੀ ਦਾ ਕੋਈ ਉਹਦੇ ਨਾਲ ਕੋਈ ਫਾਇਦਾ ਨਹੀਂ ਹੈਗਾ ਪੋਲੀਟੀਕਲੀ। ਅਮਰਿੰਦਰ ਦੇ ਨਾਲ ਕਿੰਨੇ ਵੋਟ ਆ ਜਾਣਗੇ ਬੀਜੇਪੀ ਨੂੰ? ਬੀਜੇਪੀ ਦਾ ਵੋਟ ਬੇਸ ਅਜੇ ਹੀ ਨੈਰੋ ਹੈਗਾ, ਤੇ ਉਹਦੇ ਵਿੱਚ ਜਿਹੜਾ ਪੰਜਾਬੀ ਹਿੰਦੂ ਹੈਗਾ ਉਹਦਾ ਡੀਕਮਿਊਨਲਾਈਜੇਸ਼ਨ ਹੋਇਆ। ਉਹ ਜਿੰਨਾ ਪਹਿਲੇ ਐਗਰੈਸਿਵ ਕਮਿਊਨਲ ਸੀਗਾ, ਐਂਟੀ ਸਿੱਖ ਸੀਗਾ, ਹੁਣ ਨਹੀਂ ਹੈਗਾ। ਉਹ ਕਹਿੰਦਾ ਮੇਰੀ ਬੋਲੀ ਪੰਜਾਬੀ ਹੈਗੀ, ਪੰਜਾਬੀ ਲਿਖਾਉਂਦਾ ਹੈਗਾ। ਤੁਸੀਂ ਸੈਂਸਸ ਦੀ ਫਿਗਰ ਦੇਖੋ, ਪੰਜਾਬੀ ਸਪੀਕਰ ਦਾ ਨੰਬਰ ਪੰਜਾਬ ਵਿੱਚ ਕਾਫੀ ਵਧਿਆ ਹੈਗਾ, ਇਸੇ ਕਰਕੇ ਵਧਿਆ। ਤੇ ਬੀਜੇਪੀ ਦੇ ਕੋਲ ਅਜੇ ਤੱਕ ਇਦਾਂ ਦਾ ਕੋਈ ਪੈਰਾਡਾਈਮ ਨਹੀਂ ਹੈਗਾ ਜਿਹਦੇ ਨਾਲ ਉਹ ਪੰਜਾਬ ਦਾ ਜਿਹੜਾ, ਉਹਨੂੰ ਅਜੇ ਤੱਕ ਇਹ ਰਿਅਲਾਈਜ਼ ਹੀ ਨਹੀਂ ਹੋਇਆ ਕਿ ਪੰਜਾਬ ਦਾ ਵੋਟਰ ਪੰਜਾਬ ਦੀ ਪੋਲਿਟਿਕਸ ਤੋਂ ਕਿਤੇ ਅੱਗੇ ਚਲਾ ਗਿਆ। ਜਿਹੜਾ ਤੁਸੀਂ ਹਿੰਟ ਕਰ ਰਹੇ ਹੋ ਦੋਨੋਂ ਜਣੇ, ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਵੋਟਰ ਬਹੁਤ ਸਿਆਣਾ ਵੋਟਰ ਹੈਗਾ। ਸਾਰਿਆਂ ਪਾਸੇ ਵੋਟਰ ਸਿਆਣਾ ਹੈਗਾ, ਕਿ ਪੰਜਾਬ ਦਾ ਵੋਟਰ ਖਾਸ ਤਰ੍ਹਾਂ ਦੇ ਸਿਆਣਾ ਹੈਗਾ। ਕਿਸੇ ਪਾਸੇ ਹੈਗਾ ਜਿਹੜਾ ਬੀਜੇਪੀ ਦਾ ਇੱਕ ਹਿੰਦੂ ਵਾਲਾ ਈਡੀਐਮ ਹੈ, ਮੋਦੀ ਵੇਚ ਜਾਂਦਾ ਹੈਗਾ, ਉਹ ਅਜੇ ਤੱਕ ਪੰਜਾਬ ਵਿੱਚ ਨਹੀਂ ਵੇਚ ਸਕਿਆ। ਪੰਜਾਬ ਵਿੱਚ ਨਹੀਂ ਵੇਚ ਸਕਿਆ ਜਾਂ ਕੇਰਲਾ 'ਚ ਨਹੀਂ ਵੇਚ ਸਕਿਆ, ਜਾਂ ਥੋੜੇ ਪਾਕਟਸ ਹੈਗੇ ਜਿੱਥੇ ਉਹ ਨਹੀਂ ਚੱਲੀ ਉਹਦੀ ਗੱਲ, ਤੇ ਚੱਲਣੀ ਵੀ ਨਹੀਂ ਗਈ, ਕਿਉਂਕਿ ਅਜੇ ਤੱਕ ਉਹ ਪੰਜਾਬ ਦਾ ਜਿਹੜਾ ਰੀਜਨਲ, ਉਹ ਜਿਹੜੀ ਆਈਡੈਂਟੀਟੀ ਹੈਗੀ, ਰੀਜਨਲ
ਲੋਕਲ ਕੰਟੈਕਸਟ ਜਿਹੜੇ ਕੁਐਸਚਨ ਹੈਗੇ ਉਹਨਾਂ ਦੀ ਆਪਣੀ ਹੋਂਦ ਦੀ ਆਟੋਨਮੀ ਦੀ ਜਿਹੜੀ ਗੱਲ ਹੈਗੀ ਉਹਦੇ ਨਾਲ ਉਹ ਕਿਸੇ ਵੀ ਤਰੀਕੇ ਨਾਲ ਨੈਗੋਸ਼ੀਏਟ ਕਰਨ ਨੂੰ ਤਿਆਰ ਨਹੀਂ ਹੈਗੇ, ਨਾ ਹੀ ਉਹਨਾਂ ਨੂੰ ਇਹਨਾਂ ਦੀ ਪੋਸਿਬਿਲਿਟੀ ਹੈਗੀ ਉਸ ਨੂੰ ਸਮਝ ਸਕਣ। ਤੇ ਮੈਨੂੰ ਲੱਗਦਾ ਕਿ ਬੀਜੇਪੀ ਆਪਣੇ ਲੈਵਲ ਤੇ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਦੀ ਹੈ ਐਟ ਦਿਸ ਮੋਮੈਂਟ। ਹੋ ਸਕਦਾ ਕੱਲ ਨੂੰ ਸਿਚੁਏਸ਼ਨ ਚੇਂਜ ਵੀ ਹੋ ਜੇ, ਪਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਅਸੀਂ ਦੇਖਿਆ ਪਿੱਛੇ ਕਿਸਾਨੀ ਅੰਦੋਲਨ ਦੇ ਨਾਲ ਇੱਕ ਜਨਰਲ ਲੈਵਲ ਦਾ ਕੰਸੈਂਸਸ ਸੀਗਾ, ਕੋਈ ਇਹ ਨਹੀਂ ਸੀਗਾ ਕਿ ਉਹਦੇ ਨਾਲ ਸਿਰਫ ਕਿਸਾਨ ਸੀਗੇ, ਉਹਦੇ ਨਾਲ ਪੰਜਾਬੀ ਹਿੰਦੂ ਵੀ ਖੜਾ ਸੀਗਾ, ਸਾਰੇ ਖੜੇ ਸੀਗੇ। ਤੋਂ ਇੱਕ ਵੱਖਰੀ ਤਰ੍ਹਾਂ ਦੀ ਹੋਂਦ ਦੀ ਇੱਕ ਐਗਜ਼ੀਬਿਸ਼ਨ ਸੀਗੀ। ਇੱਕ ਦੂਜੀ ਜਿਹੜੀ ਗੱਲ ਹੈਗੀ ਤੁਸੀਂ ਆਪ ਤੇ ਨੀਤੀਸ਼ ਵਾਲੀ ਜਿਹੜੀ ਗੱਲ ਹੈਗੀ ਉਹ ਵੀ ਗੱਲ ਇੱਕ ਫਲੋ ਇੱਕ ਨਵਾਂ ਚੱਲ ਰਿਹਾ, ਉਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਿ ਆਪ ਜਿਹੜਾ ਹੈਗਾ ਉਹ ਇਹਨਾਂ ਪਾਰਟੀਆਂ ਨਾਲ ਆਈਡੈਂਟੀਫਾਈ ਨਹੀਂ ਕਰਨਾ ਚਾਹੇਗਾ, ਕਿਉਂਕਿ ਆਪ ਦੀ ਪੋਲਿਟਿਕਸ ਜਿਹੜੀ ਹੈਗੀ ਉਹੀ ਪੋਲਿਟਿਕਸ ਹੈਗੀ ਜਿਹੜੀ ਮੋਦੀ ਦੀ ਬੀਜੇਪੀ ਦੀ ਪੋਲਿਟਿਕਸ ਹੈਗੀ। ਉਹ ਆਪਣਾ ਪੋਲਿਟਿਕਸ ਨੂੰ ਪੋਲੀਟੀਕਲ ਇਸ਼ੂਜ਼ ਤੋਂ ਕੱਢ ਕੇ ਗਵਰਨੈਂਸ ਦੇ ਇਸ਼ੂ ਤੱਕ ਲਿਆਉਣਾ ਚਾਹੁੰਦੇ ਆ। ਉਹਦੇ ਵਿੱਚ ਫਿਰ ਸਾਹਮਣੇ ਕਹਿਣਗੇ ਹਾਂ ਜੀ ਤੁਸੀਂ ਲਾਲੂ ਯਾਦਵ ਨਾਲ ਤੁਸੀਂ ਅਲਾਈਨ ਕਰ ਰਹੇ ਹੋ, ਇਹਨਾਂ ਨਾਲ ਅਲਾਈਨ ਕਰ ਰਹੇ ਹੋ, ਤੇ ਉਹਨਾਂ ਦੀ ਜਿਹੜੀ ਲੈਂਗੁਏਜ ਹੈਗੀ ਉਹ ਫਿਟ ਨਹੀਂ ਹੋਏਗੀ। ਅਜੇ ਤੱਕ ਸਿਚੁਏਸ਼ਨ ਮੈਨੂੰ ਲੱਗਦਾ ਕਾਫੀ ਕੰਪਲਿਕੇਟਿਡ ਹੈਗੀ, ਕਿ ਕੁਝ ਨਿਕਲ ਕੇ ਆਏਗਾ। ਮੈਨੂੰ ਵੀ ਲੱਗਦਾ ਜਿਹੜੀ ਗੱਲ ਕਰ ਰਿਹਾ ਕਿ ਵੀ ਅਕਾਲੀ ਜਿਹੜੇ ਆ ਇਹਨਾਂ ਦਾ ਕੋਈ ਭਰੋਸਾ ਨਹੀਂਗਾ, ਉਹਨਾਂ ਨੂੰ ਵੀ ਪਤਾ ਕਿ ਇਹਦੇ ਚ ਸਾਨੂੰ ਬਹੁਤਾ ਜ਼ਿਆਦਾ ਦੂਰ ਨਹੀਂ ਜਾ ਸਕਦੇ। ਅੱਗੇ ਦੇਖੋ ਹੁੰਦਾ ਕੀ ਹੈਗਾ, ਬਾਕੀ ਡਿਪੈਂਡ ਕਰਦਾ ਲੋਕਲ ਲੈਵਲ ਤੇ ਕਿਵੇਂ ਆਪਣੀ ਪੋਲਿਟਿਕਸ ਖੇਲਦੇ ਆ। ਲੀਡਰਸ਼ਿਪ ਹੋ ਸਕਦਾ ਕਾਂਗਰਸ ਦੀ ਲੀਡਰਸ਼ਿਪ ਨਿਕਲ ਆਏ, ਜਾਂ ਹੋ ਸਕਦਾ ਨਵੀਂ ਚੀਜ਼ ਨਿਕਲ ਆ ਪੰਜਾਬ ਦੇ ਵਿੱਚ, ਕੋਈ ਪਤਾ ਨਹੀਂ। ਨਵਜੋਤ ਸਿੱਧੂ ਵੀ 2-4 ਮਹੀਨਿਆਂ ਬਾਅਦ ਜੇਲ੍ਹ ਤੋਂ ਬਾਹਰ ਨਿਕਲ ਕੇ ਆ ਹੀ ਜਾਊਗਾ, ਉਹਦੀ ਕੋਈ ਲੰਬੀ ਚੌੜੀ ਉਹ ਜੇਲ੍ਹ 'ਚ ਨਹੀਂ ਹੈਗੀ। ਉਸ ਤੋਂ ਬਾਅਦ ਕਿਵੇਂ ਨਵੀਂ ਲੀਡਰਸ਼ਿਪ ਨਿਕਲਦੀ ਹੈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਮੈਨੂੰ ਲੱਗਦਾ ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਬਹੁਤਾ ਕੁਝ ਹੋਣ ਵਾਲਾ ਨਹੀਂ ਹੈਗਾ। ਉਸ ਤੋਂ ਬਾਅਦ ਹੀ ਚਰਨਿੰਗ ਸ਼ੁਰੂ ਹੋਏਗੀ। ਜਿਹੜਾ ਵਾ ਅਜੇ ਤਾਂ ਆਪ ਚੱਲੇਗੀ, ਬਹੁਤਾ ਜ਼ਿਆਦਾ ਫਰਕ ਨਹੀਂ ਪੈਣ ਲੱਗਾ। ਉਹ ਡਰਾਮੇਬਾਜ਼ੀ ਕਰ ਰਿਹਾ, ਜੋ ਵੀ ਕਰ ਰਿਹਾ ਉਹ ਨੁਕਸਾਨ ਆਪਣਾ ਕਰ ਰਿਹਾ, ਕਿਉਂਕਿ ਉਹਨੂੰ ਦਿੱਲੀ ਵਾਲੇ ਕੰਮ ਨਹੀਂ ਕਰਨ ਦੇ ਰਹੇ ਜਾਂ ਜੋ ਵੀ ਹੈਗਾ। ਪਰ ਉਹ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਕ੍ਰਾਈਸਿਸ ਹੈਗਾ। ਅਜੇ ਸਾਲ, 1.5 ਸਾਲ, 2 ਸਾਲ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਇੰਟਰਨਲ ਚਰਨਿੰਗ ਸ਼ੁਰੂ ਹੋਏਗੀ। ਨਵੀਂ ਲੀਡਰਸ਼ਿਪ ਕਿਹੜੀ ਆਏਗੀ, ਕਿਵੇਂ ਆਏਗੀ, ਕਿੱਥੋਂ ਆਏਗੀ, ਉਹਦੇ ਬਾਰੇ ਅਜੇ ਠੀਕ ਹੈ ਸਾਰੇ ਆਪਣੇ ਥੋੜਾ ਬਹੁਤਾ ਕਰਨਗੇ, ਕਿਉਂਕਿ ਉਹ ਫੁੱਲ ਟਾਈਮ ਪੋਲੀਟੀਸ਼ੀਅਨ ਹੈਗੇ, ਉਹਨਾਂ ਨੇ ਕੁਝ ਤਾਂ ਕਰਨਾ ਹੀ ਹੈ। ਜੀ ਬਿਲਕੁਲ ਠੀਕ ਹੈ। ਪ੍ਰੋਫੈਸਰ ਸੇਖੋਂ ਸਾਹਿਬ ਤੁਸੀਂ ਮੁਸਕਰਾ ਰਹੇ ਸੀ ਵਾਈਸ ਚਾਂਸਲਰਸ਼ਿਪ ਵਾਲੀ ਗੱਲ ਤੋਂ, ਮੈਂ ਦੇਖਿਆ ਵੀ ਹੈ ਤਾਂ ਹਾਸੇ ਠੱਠੇ ਜੀ ਹੈ, ਪਰ ਮੈਨੂੰ ਇਹ ਗੱਲ ਜ਼ਰੂਰ ਦੱਸੋ ਕਿ ਕਿਉਂਕਿ ਪੰਜਾਬ ਦੇ ਵਿੱਚ ਐਜ਼ ਸੱਚ ਜਿਵੇਂ ਜੋਧਕਾ ਸਾਹਿਬ ਨੇ ਕਿਹਾ ਕੋਈ ਇਲੈਕਸ਼ਨ ਤਾਂ ਹੈ ਨਹੀਂ ਇਸ ਵੇਲੇ, ਕੋਈ ਇਸ ਤਰ੍ਹਾਂ ਦੀ ਤੁਰੰਤ ਲੜਾਈ ਤਾਂ ਹੈ ਨਹੀਂ ਗੀ ਕਿ ਜਿਹਦੇ ਵਿੱਚ ਜਿੰਨੀ ਲੀਡਰਸ਼ਿਪ ਦੇ ਵਿੱਚ ਬਾਜਵਾ ਸਾਹਿਬ, ਵੜਿੰਗ, ਇਧਰਲੇ ਬੰਨੇ ਸੁਖਬੀਰ ਬਾਦਲ, ਜਿੰਨੀ ਤਰਲੋ ਮੱਛੀ ਹੋਏ ਪਏ ਸਾਰੇ। ਲੇਕਿਨ ਇਹਦੇ 'ਚ ਜਿਹੜਾ ਮੇਰਾ ਸਵਾਲ ਹੈ ਕਿ ਇੱਕ ਤਾਂ ਦਵੰਦ ਬੜਾ ਵੱਡਾ ਹੈ, ਸੋਚ ਵਿੱਚ ਵਿਰੋਧਾਭਾਸ ਹੈ, ਆਪਾ ਵਿਰੋਧ ਹੈ। ਸੁਖਬੀਰ ਸਿੰਘ ਬਾਦਲ 2 ਪੱਧਰਾਂ ਤੇ ਚੱਲ ਰਹੇ ਆ। ਪ੍ਰਕਾਸ਼ ਸਿੰਘ ਬਾਦਲ ਅੱਜ ਜਾਣਾ ਚਾਹੀਦਾ ਸੀ ਉਹਨਾਂ ਨੂੰ, ਸਿਹਤ ਕਰਕੇ ਸ਼ਾਇਦ ਉਹ ਨਹੀਂ ਗਏ, ਲੇਕਿਨ ਜਿੱਥੋਂ ਤੱਕ ਪ੍ਰਤਾਪ ਬਾਜਵਾ ਉਹ ਚੁਣ ਕੇ ਇੰਟਰਵਿਊਜ਼ ਦੇ ਰਹੇ ਆਪਣੀਆਂ, ਔਰ ਬਾਰ-ਬਾਰ ਉਹ ਪਾਣੀ ਪੀ ਕੇ ਇਹਨਾਂ ਸਾਰਿਆਂ ਨੂੰ ਕੋਸ ਰਹੇ। ਹੁਣ ਮੈਨੂੰ ਇਹ ਦੱਸੋ ਕਿ ਪੰਜਾਬ ਦੇ ਧਰਾਤਲ ਤੇ ਇਸ ਵੇਲੇ ਇਹ ਲੋਕ ਬੁਨਿਆਦ ਨੂੰ ਕਿਉਂ ਨਹੀਂ ਸਮਝ ਰਹੇ, ਇਹ ਲੋਕਾਂ ਦੀਆਂ ਇਸ਼ਾਵਾਂ ਨੂੰ ਕਿਉਂ ਨਹੀਂ ਸਮਝ ਰਹੇ? ਲੋਕ ਚਾਹ ਰਹੇ ਆ ਕਿ ਕੁਝ ਸਾਨੂੰ ਬਦਲਵਾ ਦਿਓ। ਇਹ ਕਿਉਂ ਟ੍ਰੈਡੀਸ਼ਨ ਦੇ ਨਾਲ ਬੱਝੇ ਹੋਏ ਆ? ਕੀ ਇਹ ਇੰਨੇ ਸਮਝਦਾਰ ਨਹੀਂਗੇ, ਜਾਂ ਇਹ ਬਹੁਤ ਚਲਾਕ ਆ ਔਰ ਲੋਕਾਂ ਨੂੰ ਉਹਨਾਂ ਦੀ ਸੋਚ ਤੋਂ ਘੁਮਾ ਕੇ ਆਪਣੀ ਸੋਚ ਤੇ ਲਿਆਉਣਾ ਚਾਹ ਰਹੇ ਆ? ਪੰਜਾਬ ਅਗਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਰਾਜਨੀਤੀ ਨੂੰ ਐਡਰੈਸ ਕਰੂਗਾ? ਆਮ ਆਦਮੀ ਪਾਰਟੀ ਨੇ ਬਹੁਤ ਕੁਝ ਨਹੀਂ ਬਦਲਿਆ, ਉਹ ਨਾ ਬਦਲ ਕੇ ਵੀ ਚੱਲਦੇ ਰਹਿਣਗੇ ਜਿਵੇਂ ਜੋਧਕਾ ਸਾਹਿਬ ਨੇ ਕਿਹਾ, ਔਰ ਜਿੰਨੀ ਵੱਡੀ ਉਹਨਾਂ ਕੋਲ ਬਹੁਮਤ ਆ। ਅਜਲਾਸ ਦੇ ਵਿੱਚ ਕੁਝ ਵੀ ਨਹੀਂ ਹੋਣ ਵਾਲਾ। ਫਿਰ ਵੀ ਤੁਹਾਡੀ ਉੱਤੇ ਟਿੱਪਣੀ ਜ਼ਰੂਰ ਮੈਂ ਚਾਹੂੰਗਾ, ਪਰ ਮੈਨੂੰ ਇਹ ਦੱਸੋ ਕਿ ਇਹ ਲੀਡਰ ਦਰਅਸਲ ਪੰਜਾਬ ਦੇ ਲੋਕਾਂ ਨੂੰ ਸਮਝਦੇ ਕੀ ਨੇ? ਕੀ ਇਹ ਮੂਰਖ ਸਮਝਦੇ ਨੇ ਜਾਂ ਇਹ ਮੂਰਖ ਖੁਦ ਬਣ ਰਹੇ ਨੇ? ਅਸਲ 'ਚ ਖਾਨਦਾਨੀ ਲੀਡਰ ਆ, ਇਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਤੇ ਸਾਡਾ ਹੀ ਹੈ ਸਾਰਾ ਕੁਝ, ਵੀ ਉਹ ਤੋਂ ਅਗਲੇ ਟੇਕਨ ਫਾਰ ਗ੍ਰਾਂਟਡ ਲੋਕਾਂ ਨੂੰ ਲੈਂਦੇ ਸੀਗੇ। ਪਹਿਲੀ ਵਾਰੀ ਧਰਾਤਲ ਦੇ ਉੱਤੇ ਇਹਨਾਂ ਨੂੰ ਲੋਕਾਂ ਨੇ ਟਿੱਚ ਸਮਝਿਆ। ਇਹਨਾਂ ਲੋਕ ਜਿਹੜੇ ਆਉਂਦੇ ਹੁੰਦੇ ਸੀ ਨਾ, ਗਲਾਂ 'ਚ ਹਾਰ ਪਾਉਂਦੇ ਹੁੰਦੇ ਸੀ, ਹੁਣ ਜੇ ਇਹਨਾਂ ਕਦੇ ਮੰਜਾ ਵੀ ਡਿੱਠਾ ਹੁੰਦਾ ਤਾਂ ਮੰਜੇ ਨੂੰ ਠੁੱਡ ਪਾਰਨ ਤੱਕ ਪਹੁੰਚ ਜਾਂਦੇ ਵੀ ਤੂੰ ਹਾਂ ਲੀਡਰ ਹੋਏਗਾ। ਹੋਇਆ ਕੀ ਕਿ ਇਹਨਾਂ ਦੇ ਕਿਰਦਾਰ ਨੇ, ਲੀਡਰਾਂ ਨੇ, ਮੈਂ ਜਨਰਲ ਗੱਲ ਕਰਦਾ ਵਾਂ, ਇਹਨਾਂ ਨੂੰ ਇਹਨਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਥੱਲੇ ਸੁੱਟ ਦਿੱਤਾ ਵੀ ਇਹ ਮੈਨੂੰ ਲੱਗਦਾ ਵੀ ਹੁਣ ਇਹ ਬਹੁਤ ਜ਼ਿਆਦਾ ਕਿਤੇ ਦੁੱਧ ਧੋਤੇ ਤਾਂ ਹੀ ਬਣ ਸਕਦੇ ਆ ਜੇ ਉਹ ਲੋਕਾਂ ਦੇ ਵਿੱਚੋਂ ਦੀ ਲੰਘ ਕੇ। ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਆਪਣੇ ਦੇ ਪ੍ਰਤਾਪ ਸਿੰਘ ਬਾਜਵਾ ਦਾ ਨਾਂ ਲਿਆ ਤੇ ਇਹਨਾਂ ਦੇ ਭਰਾ ਨੇ ਕੀ ਗੱਲ ਕਹੀ ਸੀ ਉਸ ਸਮੇਂ ਦੇ ਵਿੱਚ ਜਦੋਂ ਇਹ ਵੋਟ ਲੈਣ ਗਏ ਸੀ। ਕਹਿੰਦਾ ਸੀ ਵੀ ਇਹ ਜਿਹਨਾਂ ਨੂੰ ਰੋਟੀ ਨਹੀਂ ਮਿਲਦੀ ਸਾਨੂੰ ਸਵਾਲ ਪੁੱਛਦੇ ਆ। ਇਹ ਮਾਈਂਡ ਸੈਟ ਜਿਹੜਾ ਸੀ, ਜਿਹੜੀ ਪਿਛਲੇ ਸਮੇਂ 'ਚ ਜਿਹੜੇ ਲੀਡਰਸ ਹੋਏ ਆ, ਪਹਿਲੇ ਮੈਂ ਕਹਿੰਦਾ ਠੀਕ ਆ, ਕੈਰੋਂ ਤੱਕ ਥੋੜਾ ਠੀਕ ਠਾਕ ਸੀਗਾ, 70 ਤੱਕ ਵੀ ਠੀਕ ਠਾਕ ਹੋ ਸਕਦਾ, ਖਾਸ ਕਰਕੇ 80 ਤੋਂ ਬਾਅਦ ਜਾਂ 90 ਤੋਂ 92 ਤੋਂ ਬਾਅਦ ਜਿਹੜੀ ਇਹ ਆਈ, ਪਨੀਰੀ ਆਈ ਆ, ਪੌਦ ਆਈ ਆ, ਇਹਨਾਂ 'ਚ ਬਹੁਤ ਸਾਰੇ ਤਾਂ ਉਹ ਪੁਰਾਣੇ ਸੀ, ਇਹਨਾਂ ਦੇ ਬਜ਼ੁਰਗਾਂ ਨੇ ਚੰਗੇ ਕੰਮ ਕੀਤੇ ਸੀਗੇ, ਜਾਂ ਪੁਰਾਣੇ ਜਨਮ 'ਚ ਇਹਨਾਂ ਨੇ ਚੰਗੇ ਕਰਮ ਕੀਤੇ ਸੀਗੇ, ਜਾਂ ਇਹਨਾਂ ਦੀ ਨੈਟਵਰਕਿੰਗ ਸੀਗੀ, ਜਾਂ ਇਹਨਾਂ ਨੇ ਕਿਸੇ ਤਰੀਕੇ ਨਾਲ ਜੁਗਾੜ ਕਰ ਲਿਆ। ਦੇ ਟੁੱਕ ਇਟ ਗ੍ਰਾਂਟਡ ਕਿ ਅਸੀਂ ਮਾਲਕ ਹਾਂ, ਔਰ ਇਸੇ ਕਰਕੇ ਇਹਨੂੰ ਡਾਈਜੈਸਟ ਨਹੀਂ ਹੋ ਰਿਹਾ।
ਕਿਉਂਕਿ ਜਦੋਂ ਤੁਹਾਡੀ ਆਦਤ ਬਣ ਜਾਂਦੀ ਆ, ਜਦੋਂ ਤੁਸੀਂ ਪਾਵਰ 'ਚ ਰਹਿੰਦੇ ਹੋ, ਰੋਜ਼ ਤੁਹਾਡੀ ਨਿਊਜ਼ ਲੱਗਣੀ ਚਾਹੀਦੀ ਆ, ਲੋਕੀ ਤੁਹਾਡੇ ਅੱਗੇ ਪਿੱਛੇ ਫਿਰਨੇ ਚਾਹੀਦੇ ਆ, ਬਦਲੇ ਹੋਏ ਹਾਲਾਤ ਨੂੰ ਡਾਈਜੈਸਟ ਨਹੀਂ ਕਰ ਰਹੇ, ਨੰਬਰ 1। ਦੂਸਰਾ ਇਹ ਕਿ ਇਹਨਾਂ ਨੂੰ ਰਾਹ ਨਹੀਂ ਲੱਭਦਾ। ਜੋਧਕਾ ਸਾਹਿਬ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਸ ਗੱਲ ਦੇ ਉੱਤੇ। ਇਹਨਾਂ ਨੂੰ ਇਹ ਵੀ ਲੱਗਦਾ ਹੈ ਕਿ 27 'ਚ ਵੀ ਸਾਡਾ ਜਿਹੜਾ ਹੈਗਾ ਵਾ, ਕੋਈ ਸਾਨੂੰ ਇਹ ਆਸਵੰਦ ਨਹੀਂ ਹੈ, 24 ਦੇ ਵਿੱਚ ਵੀ ਇਹ ਆਸਵੰਦ ਨਹੀਂ ਹੈ ਇਸ ਵੇਲੇ ਜਿਹੜੇ ਮੇਨ ਸਟ੍ਰੀਮ ਪਾਰਟੀਜ਼ ਵਾਲੇ ਹੈ। ਔਰ ਪੋਲੀਟੀਕਲ ਲੀਡਰ ਨੂੰ ਤਾਂ 1 ਘੰਟਾ ਜਾਂ 2 ਘੰਟੇ ਜਦੋਂ ਤੁਸੀਂ ਦੇਖਿਆ ਵੀ ਇਹਨਾਂ ਦਾ ਕੋਈ ਸਵਾਗਤ ਕਰਨ ਵਾਸਤੇ ਨਹੀਂ ਆਉਂਦਾ, 2 ਘੰਟੇ ਲੇਟ ਹੋ ਜਾਂਦਾ ਸੀ ਤੇ ਜਾਂ ਇਹਨਾਂ ਨੂੰ ਪ੍ਰੋਪਰਲੀ ਕੁਰਸੀ ਨਹੀਂ ਮਿਲਦੀ ਤੇ ਡੀਸੀ ਦੇ ਗੱਲ ਪੈ ਜਾਂਦੇ ਸੀ, ਐਸਐਸਪੀ ਦੇ ਗੱਲ ਪੈ ਜਾਂਦੇ ਸੀਗੇ। ਮੈਨੂੰ ਲੱਗਦਾ ਹੈ ਕਿ ਬਦਲੇ ਹੋਏ ਹਾਲਾਤਾਂ ਦੇ ਨਾਲ ਇਹ ਆਪਣੇ ਆਪ ਨੂੰ ਅਡੈਪਟ ਕਰਨ ਦੇ ਵਿੱਚ ਇਹਨਾਂ ਨੂੰ ਸਮੱਸਿਆ ਆ ਰਹੀ ਆ। ਇਸੇ ਕਰਕੇ ਇਹ ਜੋ ਵੀ ਸਟੇਟਮੈਂਟਾਂ ਦੇ ਰਹੇ ਉਹਦਾ ਰੈਲੇਵੈਂਸ ਕੋਈ ਨਹੀਂਗਾ। ਧਰਾਤਲ ਦੇ ਉੱਤੇ ਅਜੇ ਵੀ ਜਿਹੜਾ ਹੈਗਾ ਵਾ ਇਸ ਵੇਲੇ ਇਸ ਪਾਰਟੀ ਨੂੰ, ਜਿਹੜੀ ਖਾਸ ਕਰਕੇ ਰੂਲਿੰਗ ਪਾਰਟੀ, ਉਹਨੂੰ ਕੋਈ ਖਤਰਾ ਨਹੀਂ। ਬਦਲਾਅ ਹੈਗਾ, ਬਦਲਾਅ ਵਿਜ਼ੀਬਲ ਹੈ। ਉਹ ਕਿਸ ਚਸ਼ਮੇ ਨਾਲ ਅਸੀਂ ਦੇਖਣਾ, ਬਸ ਉਸ ਚਸ਼ਮੇ ਨਾਲ ਦੇਖਣੇ। ਲੋਕੀ ਕੌਨਫੀਡੈਂਟ ਹੋਏ, ਭਾਵੇਂ ਕਿ ਕਿਸਾਨ ਅੰਦੋਲਨ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਲੋਕਾਂ ਨੂੰ ਇੰਪਾਵਰ ਕਰਨ ਦੇ ਵਿੱਚ। ਪਹਿਲੀ ਵਾਰੀ ਲੋਕਾਂ ਨੂੰ ਲੱਗਾ ਉਹਨਾਂ ਨੂੰ ਪੁਲਿਸ ਤੋਂ ਡਰ ਨਹੀਂ ਆਉਂਦਾ। ਪਹਿਲੀ ਵਾਰੀ ਲੋਕਾਂ ਨੂੰ ਲੱਗਾ ਵੀ ਐਮਐਲਏ ਸਾਡੇ ਆਣ ਕੇ ਸਾਨੂੰ ਪੁੱਛਦਾ ਵਾ। ਪਹਿਲੇ ਤੇ ਜਿਹੜੇ ਹੁੰਦੇ ਸੀ ਉਹ ਸਾਡੇ ਲਾਗੇ ਨਹੀਂ ਪੈਂਦੇ। ਇਸ ਕਰਕੇ ਇਹ ਜਿਹੜੇ ਐਸਟੈਬਲਿਸ਼ਡ ਪੋਲੀਟੀਕਲ ਲੀਡਰ ਸੀਗੇ, ਇਹਨਾਂ ਨੂੰ ਇਹ ਅਗਲਾ ਜਿਹੜਾ ਭਵਿੱਖ ਵਾ ਉਹ ਕੋਈ ਬਹੁਤ ਜ਼ਿਆਦਾ ਉੱਦਾਂ ਦਾ ਨਹੀਂ ਲੱਗਦਾ ਕਿ ਅਸੀਂ ਜਿਹੜਾ ਉਹਦੇ ਵਿੱਚ ਮੁੜ ਕੇ ਫਿਰ ਉਸ ਪੋਜੀਸ਼ਨ 'ਚ ਆਵਾਂਗੇ। ਦੂਸਰੀ ਗੱਲ ਹੈਗੀ ਏਜੰਡਾ ਕੀ ਆ। ਹੁਣ ਕਿਹੜੀਆਂ ਗੱਲਾਂ ਦੇ ਕਰਦੇ, ਹਾਂ ਅਜੇ ਬਹੁਤ ਸਮੱਸਿਆ ਹੈਗੀਆਂ। ਤੁਸੀਂ ਲੋਕਾਂ ਦੇ ਏਜੰਡੇ ਲੈ ਕੇ, ਕੰਕਰੀਟ ਏਜੰਡੇ ਲੈ ਕੇ, ਸਮੱਸਿਆ ਖਤਮ ਨਹੀਂ ਹੋਈਆਂ। ਸਮੱਸਿਆ ਜਿਉਂ ਦੀਆਂ ਤਿਉਂ ਪਈਆਂ ਉਹਦੇ ਵਿੱਚੋਂ, ਚਾਹੇ ਲਾ ਐਂਡ ਆਰਡਰ ਦਾ ਮਸਲਾ ਹੈ, ਚਾਹੇ ਗੈਂਗਸਟਰਿਜ਼ਮ ਦਾ ਹੈ। ਭਾਵੇਂ ਗੈਂਗਸਟਰ ਇਹਨਾਂ ਪਾਰਟੀਆਂ ਦੇ ਪਿਛਲੇ 30 ਸਾਲਾਂ ਰੂਲ ਕਰਕੇ ਹੋਇਆ, ਭਾਵੇਂ ਕਰਪਸ਼ਨ ਜਾਂ ਜੋ ਕਿਸਾਨਾਂ ਦੀ ਹਾਲਤ ਇਹਨਾਂ ਕਰਕੇ ਹੋਈ ਆ, ਪਰ ਹੁਣ ਇਹ ਆਪੋਜੀਸ਼ਨ ਦੇ ਵਿੱਚ ਹੈਗੇ ਆ। ਇੱਕ ਆਰਟੀਕੂਲੇਟ ਤਰੀਕੇ ਦੇ ਨਾਲ, ਇੱਕ ਸੱਭਿਅ ਤਰੀਕੇ ਦੇ ਨਾਲ, ਇੱਕ ਆਰਗੇਨਾਈਜ਼ ਤਰੀਕੇ ਦੇ ਨਾਲ। ਪਹਿਲੀ ਗੱਲ ਤਾਂ ਇਹਨਾਂ ਨੂੰ ਆਪਣਾ ਘਰ ਦੇ ਵਿੱਚ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਲੋੜ ਹੈ। ਇਹ ਪਾਰਟੀਆਂ ਨੂੰ ਆਪ ਤਾਂ ਇਕੱਠੇ ਹੋ ਜਾਣ। ਇੱਕ ਬਿਆਨ ਕੋਈ ਦਿੰਦਾ ਵਾ, ਦੂਸਰਾ ਬਿਆਨ ਕੋਈ ਦਿੰਦਾ ਵਾ। ਇਸ ਵੇਲੇ ਇਹ ਲੀਡਰ ਸਾਰੇ ਡਿਫੈਂਸਿਵ ਹੈ। ਇਹ ਲੀਡ ਜਿਹੜੇ ਹੈਗੇ ਆ ਇਹ ਬੈਕਫੁੱਟ ਦੇ ਉੱਤੇ ਆ, ਕਿਉਂਕਿ ਜਿਸ ਤਰੀਕੇ ਨਾਲ ਕਰਪਸ਼ਨ ਦੇ ਕੇਸ ਖੁੱਲ ਰਹੇ। ਮੈਂ ਤੇ ਇੱਕ ਵਾਰੀ ਸਰਸਰੀ ਗੱਲ ਕਰਦਾ ਜੀ, ਭਗਵੰਤ ਮਾਨ ਦੇ 4-5 ਸਾਲ ਤੇ ਇਦਾਂ ਲੰਘ ਜਾਣੇ ਆ, ਹਰ 2-4 ਮਹੀਨਿਆਂ ਬਾਅਦ ਇੱਕ ਮੰਤਰੀ ਨੂੰ ਚਾਹੇ ਹੋਰ ਕੋਈ ਜਿਹੜਾ ਹੈਗਾ ਬਿਊਰੋਕਰੇਟ ਨੂੰ ਫੜ ਕੇ ਅੰਦਰ ਦੇ ਦੇਣ। ਲੋਕੀ ਖੁਸ਼ ਹੋ ਜਾਂਦੇ ਉਸ ਮਾਮਲੇ ਦੇ ਵਿੱਚ ਕਰਕੇ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਇਹ ਏਜੰਡਾ ਲੈ ਕੇ ਚੱਲਣਗੇ ਤਾਂ ਠੀਕ ਆ। ਕ੍ਰਿਟਿਸਿਜ਼ਮ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਨਹੀਂ ਚੱਲੂਗਾ। ਇਹ ਸਰਕਾਰ, ਮੈਂ ਕੋਈ ਇਹਦਾ ਇਸ ਕਰਕੇ ਨਹੀਂ ਕਰ ਰਿਹਾ ਕਿ ਕੋਈ ਕਰਦਾ, ਮੈਨੂੰ ਲੱਗਦਾ ਕਿ ਅਜੇ ਵੀ ਲੋਕਾਂ 'ਚ ਇਹਨਾਂ ਦੀ ਗੁੱਡਵਿਲ ਹੈਗੀ ਆ ਔਰ ਉਹ ਗੁੱਡਵਿਲ ਦਾ ਫਾਇਦਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਿਲਦਾ ਰਹੂਗਾ। ਹਾਂ ਠੀਕ ਆ, ਜਿਹੜੇ ਇਹ ਇੱਦਾਂ ਦੀਆਂ ਫਜ਼ੂਲ ਕੰਮਾਂ ਦੇ ਵਿੱਚ ਲੱਗੇ ਪਏ ਆ ਉਹ ਨਾ ਕਰਨ। ਉਹ ਇਸ ਕਰਕੇ ਹੋ ਰਿਹਾ ਕਿ ਇਹਨਾਂ ਕੋਲ ਪਾਰਟੀ ਢਾਂਚਾ ਉਹਨਾਂ ਕੋਲ ਵੀ ਨਹੀਂ ਹੈ। ਆਮ ਆਦਮੀ ਪਾਰਟੀ ਦਾ ਜੇ ਦੇਖਿਆ ਜਾਵੇ, ਸਰਕਾਰ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਹੋ ਸਕਦਾ ਹੁਣ ਭਗਵੰਤ ਮਾਨ ਨੂੰ ਸਰਕਾਰ ਦਾ ਕੰਮ ਵੀ ਕਰਨਾ ਪੈ ਰਿਹਾ ਵਾ ਤੇ ਆਪਣੇ ਆਪ ਨੂੰ ਡਿਫੈਂਡ ਵੀ ਕਰਨਾ ਪੈਂਦਾ ਐਜ਼ ਆਮ ਆਦਮੀ ਪਾਰਟੀ। ਤਾਂ ਉਹਨਾਂ ਦੀ ਸਮੱਸਿਆ ਜ਼ਰੂਰ ਹੈਗੀ, ਉਹਨਾਂ ਦੀ ਸਿਰਦਰਦੀ ਉਹਨਾਂ ਕਿੱਦਾਂ ਰਿਜ਼ੋਲਵ ਕਰਨਾ ਵਾ। ਬਾਕੀ ਆਪੋਜੀਸ਼ਨ ਪਾਰਟੀਆਂ ਕੋਲ ਮੈਨੂੰ ਨਹੀਂ ਲੱਗਦਾ ਵੀ ਕੋਈ ਏਜੰਡਾ ਇਸ ਕਿਸਮ ਦਾ ਹੈਗਾ, ਕਿਉਂਕਿ ਜਦੋਂ ਵੀ ਕਿਸੇ ਏਜੰਡੇ ਦੀ ਗੱਲ ਕਰਦੇ, ਕਰਪਸ਼ਨ ਦੀ ਗੱਲ ਕਰਦੇ, ਲੋਕੀ ਕਹਿੰਦੇ ਤੁਹਾਡੀ ਦਿੱਤੀ ਆ। ਲਾ ਐਂਡ ਆਰਡਰ ਦੀ ਗੱਲ ਕਰਦੇ, ਕਹਿੰਦੇ ਤੁਹਾਡੀ ਦਿੱਤੀ ਆ। ਜਾਂ ਪਾਣੀਆਂ ਦੇ ਮਸਲੇ ਦੀ ਗੱਲ ਕਰਦੇ ਹੋ, ਕਹਿੰਦੇ ਤੁਹਾਡੀ ਦਿੱਤੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹ ਇਹਨਾਂ ਦੀ ਖਾਸ ਕਰਕੇ ਵੱਡੀ ਇਹਨਾਂ ਦੇ ਸਾਹਮਣੇ ਚੁਣੌਤੀ ਹੈਗੀ ਆ। ਉਹਨੂੰ ਕਿੱਦਾਂ ਰਿਜ਼ੋਲਵ ਕਰਨਾ ਵਾ, ਇਹ ਤੇ ਇਹਨਾਂ ਨੂੰ ਸੋਚ ਕੇ ਦੇਖਣਾ ਪਏਗਾ। ਆਖਰੀ ਦੋਨਾਂ ਲਈ ਇਕੱਠਾ ਸਵਾਲ ਹੈ, ਆਖਰੀ ਸਵਾਲ ਹੈ ਪ੍ਰੋਫੈਸਰ ਜੋਧਕਾ ਸਾਹਿਬ, ਕੀ ਪੰਜਾਬ ਦੀ ਸਿਆਸਤ ਵਿੱਚ ਜਿਹੜੀ ਵਿਰੋਧੀ ਧਿਰ ਆ, ਦੋਨੇ ਹੀ ਜਿਹੜੀਆਂ ਹੁਣ ਨੇ, ਇਹਨਾਂ ਨੂੰ ਤਾਂ ਪਾਸੇ ਰੱਖ ਲਈਏ, ਕੋਲ 3 ਐਮਐਲਏ, ਦੂਜਿਆਂ ਕੋਲ ਜਿੰਨੇ ਵੀ ਨੇ ਕਾਂਗਰਸੀਆਂ ਕੋਲ, ਉਹਨੂੰ ਪਾਸੇ ਰੱਖ ਲਈਏ ਕਿਉਂਕਿ ਪਤਾ ਨਹੀਂ ਉਹਨਾਂ ਕੋਲ ਕਿੰਨੇ ਰਹਿਣੇ ਆ। ਲਗਾਤਾਰ ਹੀ ਇਹ ਪੰਗੇਬਾਜ਼ੀ ਹੋ ਰਹੀ ਹੈ। ਸਵਾਲ ਇਹ ਆ ਕਿ ਇਹ ਦੋਨੇ ਜੇਕਰ ਰੱਦ ਕਰਤੇ ਗਏ ਔਰ ਕਰਤੇ ਜਾਣਗੇ ਜਾਂ ਸਿਰੇ ਨਹੀਂ ਚੜਨਗੇ, ਤਾਂ ਫਿਰ ਇਸ ਰਜੀਮ ਜਿਹੜਾ ਹੁਣ ਸੱਤਾ 'ਚ ਹੈ, ਇਹਦੇ ਖਿਲਾਫ, ਇਹਦੇ ਸਮਾਨਾਂਤਰ ਖੜਾ, ਵਿਰੋਧ ਵਾਲਾ ਖੜਾ, ਉਹ ਕੌਣ ਪੂਰਾ ਕਰੂਗਾ, ਕੌਣ ਭਰੇਗਾ? ਕੋਈ ਨਵੀਂ ਤਰ੍ਹਾਂ ਦੀ ਧਾਰਾ, ਕੋਈ ਨਵੇਂ ਤਰ੍ਹਾਂ ਦੀ ਪੋਲਿਟਿਕਸ, ਕੋਈ ਨਵੇਂ ਤਰ੍ਹਾਂ ਦੇ ਬੰਦੇ? ਆਖਰ ਕਿਸ ਤਰ੍ਹਾਂ ਦਾ ਅਗਲੇ ਸਮੇਂ ਦੇ ਵਿੱਚ ਤੁਸੀਂ ਪੋਲਿਟਿਕਸ ਨੂੰ ਬਣਦਿਆਂ ਵਿਗੜਦਿਆਂ ਦੇਖਦੇ ਹੋ? ਇਹ ਦੋਨਾਂ ਲਈ ਸਵਾਲ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਵਰਗਾ ਕੋਈ ਵਿਅਕਤੀ, ਜਿਹਦੇ ਤੇ ਭਾਵੇਂ ਉਹਦੀ ਲੀਡਰਸ਼ਿਪ ਗੁਣਾਂ ਦੇ ਉੱਤੇ ਤੁਸੀਂ ਸਵਾਲ ਉਠਾ ਲਓ, ਭਾਵੇਂ ਉਹ 4 ਬੰਦਿਆਂ ਨੂੰ ਨਹੀਂ ਨਾਲ ਲੈ ਕੇ ਚੱਲ ਸਕਦਾ, ਇਹਦੀ ਗੱਲ ਕਰ ਲਓ, ਉਹ ਜ਼ਿਆਦਾ ਬੋਲ ਰਿਹਾ, ਉਹਦੀ ਗੱਲ ਕਰ ਲਓ, ਪਰ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਹੁਣ ਬਦਲਵਾਂ ਰਾਹ ਕੀ ਬਚਿਆ? ਸੱਤਾ ਦੇ ਖਿਲਾਫ ਕੋਈ ਧਿਰ ਤਾਂ ਹੋਣੀ ਆ। 24 ਤੋਂ ਪਹਿਲਾਂ ਇਹ ਇਮਰਜ ਹੋ ਜੂ, ਕੁਝ ਨਵੀਂ ਤਰ੍ਹਾਂ ਦੀ ਗੱਲ ਅੱਗੇ ਆ ਜੂ, ਜਾਂ ਇਸੇ ਤਰੀਕੇ ਨਾਲ ਇਹ ਰੋਲ ਘਚੋਲਾ ਇਹ ਚੱਲਦਾ ਰਹੂ? ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਪੰਜਾਬ ਨੂੰ ਗਵਰਨ ਕਰਨਾ ਭਗਵੰਤ ਮਾਨ ਜਾਂ ਆਪ ਵਾਸਤੇ ਸੌਖਾ ਨਹੀਂ ਹੋਏਗਾ।
ਜਿਵੇਂ ਅਜੇ ਸੋਚ ਰਿਹਾ ਕਿ ਹਾਂ ਵੀ ਸਰਕਾਰ ਸਾਡੀ ਚੱਲੀ ਜਾਏਗੀ, ਅਸੀਂ ਵੀ ਕਿਹਾ ਚੱਲੀ ਜਾਏਗੀ, ਪਰ ਇੰਨਾ ਸੌਖਾ ਨਹੀਂ ਹੋਣਾ ਪੰਜਾਬ ਨੂੰ ਕਵਰ ਕਰਨਾ। ਆਪਣੇ ਪਿਛਲੀ ਵਾਰੀ ਵੀ ਗੱਲ ਕਰ ਰਹੇ ਸੀਗੇ, ਪੰਜਾਬ ਦਾ ਜਿਹੜਾ ਵੋਟਰ ਹੈ ਉਹ ਇੱਕ ਸਿਆਣਾ ਵੀ ਹੈ ਤੇ ਬੇਚੈਨ ਵੀ ਹੈਗਾ। ਐਮਐਲਏ ਨਾ ਹੋਣ, ਲੀਡਰ ਨਾ ਹੋਣ, ਉਹਨਾਂ ਨੇ ਖੁਦ ਆ ਕੇ ਸੜਕਾਂ ਤੇ ਪੈ ਜਾਣਾ, ਇਹਨਾਂ ਦੀ ਲਾਈਫ ਬਿਲਕੁਲ ਹੈਲ ਕਰ ਦੇਣੀ ਆ, ਇਹਨਾਂ ਦੇ ਵਾਸਤੇ ਗਵਰਨ ਕਰਨਾ ਮੁਸ਼ਕਲ ਕਰ ਦੇਣਾ। ਉਹਨਾਂ ਨੇ ਕਰਕੇ ਦੇਖ ਲਿਆ ਪਹਿਲੇ ਵੀ, ਇਹਨਾਂ ਨੂੰ ਘਰੋਂ ਨਹੀਂ ਨਿਕਲਣ ਦੇਣਾ। ਜੇ ਇਹਨਾਂ ਨੇ ਥੋੜਾ ਜਿਹਾ ਵੀ ਟਰੈਕ ਤੋਂ ਪਿੱਛੇ ਹਟੇ ਨਾ, ਤੇ ਆਮ ਲੋਕਾਂ ਦੇ ਵਿੱਚ ਉਹ ਵੇਟ ਕਰਨਗੇ। ਜੇ ਪੇਸ਼ੈਂਸ ਹੈਗੀ ਹੈ, ਜੇ ਐਡਮਾਇਰ ਕਰ ਰਹੇ ਹੋਣਗੇ ਸ਼ਾਇਦ ਇਹਨਾਂ ਨੂੰ, ਪਰ ਬਹੁਤਾ ਜੇ ਉਹਨਾਂ ਦੇ ਹੌਸਲਾ ਵੀ ਨਹੀਂ ਰਹਿਣਾ, ਬਹੁਤਾ ਪੇਸ਼ੈਂਸ ਵੀ ਨਹੀਂ ਰਹਿਣੀ। ਲੋਕਾਂ ਨੇ ਸੜਕਾਂ ਤੇ ਆ ਜਾਣਾ ਤੇ ਇਹਨਾਂ ਦਾ ਜੀਣਾ ਹਰਾਮ ਕਰਕੇ ਰੱਖ ਦੇਣਾ। ਇਹ ਸੋਚਣ ਕਿ ਹਾਂ ਵੀ ਅਸੀਂ ਪੰਜਾਬ ਨੂੰ, ਠੀਕ ਹੈ ਜੀ, ਹੁਣ ਸਾਨੂੰ ਵੋਟ ਮਿਲ ਗਿਆ, ਸਾਡੇ ਕੋਲ ਇੰਨੇ ਐਮਐਲਏ ਆ, ਇਹ ਦਿੱਲੀ ਵਾਲੇ ਬੈਠ ਕੇ ਸੋਚ ਸਕਦੇ ਆ, ਪਰ ਪੰਜਾਬ ਵਾਲਿਆਂ ਨੂੰ ਪਤਾ ਹੈਗਾ, ਮਾਨ ਨੂੰ ਪਤਾ ਹੋਏਗਾ, ਤੇ ਉਹਨਾਂ ਨੂੰ ਇਸ ਦੇ ਬਾਰੇ ਬਿਲਕੁਲ ਹੁਸ਼ਿਆਰ ਰਹਿਣਾ ਚਾਹੀਦਾ। ਪੰਜਾਬ ਦਾ ਵੋਟਰ ਜਿਹੜਾ ਇੱਕ ਵਾਰੀ ਜਿਹੜਾ ਉੱਠ ਗਿਆ, ਉਹ ਹੁਣ ਪਿੱਛੇ ਦੁਬਾਰਾ ਸੌਣ ਨਹੀਂ ਲੱਗਾ। ਉਹਨਾਂ ਦੇ ਕੋਲ ਕੁਝ ਹੈ ਨਹੀਂਗਾ। ਉਹਨਾਂ ਦੀਆਂ ਐਕਚੁਅਲੀ ਜਿਹੜੀਆਂ ਲਾਈਫ ਸਿਚੁਏਸ਼ਨਸ, ਲਾਈਫ ਕੰਡੀਸ਼ਨਸ ਹੈਗੀਆਂ, ਉਹ ਕੋਈ ਬਹੁਤੀਆਂ ਚੰਗੀਆਂ ਨਹੀਂ ਹੈਗੀਆਂ, ਤੇ ਗਰਾਊਂਡ ਤੇ ਬਦਲਾਅ ਹੋ ਵੀ ਰਿਹਾ ਤੇ ਨਹੀਂ ਵੀ ਹੋ ਰਿਹਾ। ਬਹੁਤ ਸਾਰੇ ਚੀਜ਼ਾਂ, ਕੋਈ ਇਸ਼ੂ ਇਦਾਂ ਦੇ ਪਏ ਆ, ਮਹਿੰਗਾਈ ਵੱਧ ਰਹੀ ਹੈ, ਬਾਕੀ ਅਨਐਮਪਲੋਇਮੈਂਟ ਹੈਗਾ, ਐਸਪੀਰੇਸ਼ਨਸ ਹੈਗੀਆਂ, ਗਲੋਬਲ ਐਟਮੋਸਫੀਅਰ ਇਹਨਾਂ ਕੋਈ ਬਹੁਤਾ ਚੰਗਾ ਨਹੀਂ ਹੈਗਾ। ਪੰਜਾਬ ਇਜ਼ ਨਾਟ ਗੋਇੰਗ ਟੂ ਬੀ ਵੈਰੀ ਈਜ਼ੀ ਸਟੇਟ ਟੂ ਗਵਰਨ, ਭਾਵੇਂ ਕੋਈ ਵੀ ਪਾਰਟੀ ਹੋਏ। ਤੇ ਇਹ ਜਿਹੜਾ ਹੈਗਾ, ਲੋਕਾਂ ਦੀ ਉਮੀਦ ਵੀ ਬਹੁਤ ਜ਼ਿਆਦਾ ਹੈਗੀ, ਕਿਉਂਕਿ ਉਹਨਾਂ ਨੇ ਇੱਕ ਬੜੇ ਜੋਸ਼ ਦੇ ਨਾਲ ਇਹਨਾਂ ਨੂੰ ਬਣਾਇਆ ਹੈਗਾ, ਇਹਨਾਂ ਨੂੰ ਸੀਟਾਂ ਦਿੱਤੀਆਂ ਹੈਗੀਆਂ, ਤਾਂ ਉਹਨਾਂ ਨੇ ਉਸੇ ਜੋਸ਼ ਦੇ ਨਾਲ ਅਕਾਊਂਟੇਬਿਲਿਟੀ ਵੀ ਮੰਗਣੀ ਹੈਗੀ। ਦੂਜੀ ਗੱਲ ਇਹ ਹੈਗੀ ਕਿ ਆਪੋਜੀਸ਼ਨ ਤੇ ਚਾਹੀਦੀ ਹੁੰਦੀ ਹੈ ਹਰ ਜਗ੍ਹਾ ਤੇ, ਉਹ ਸਪੇਸ ਖਾਲੀ ਹੈਗਾ ਪੰਜਾਬ ਦੇ ਵਿੱਚ, ਤੇ ਕੋਈ ਸ਼ੱਕ ਦੀ ਗੱਲ ਨਹੀਂ। ਲੀਡਰਸ਼ਿਪ ਵੀ ਇਮਰਜ ਕਰੀ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ, ਮੈਨੂੰ ਲੱਗਦਾ ਕਿ ਪੰਜਾਬ ਦੀ ਕੋਈ ਕਿਸੇ ਤਰੀਕੇ ਦੇ ਨਾਲ ਇਮੈਜੀਨੇਸ਼ਨ ਦੀ ਘੱਟ ਹੈਗੀ। ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਵੈਸੇ ਹੀ ਹਰ ਕੋਈ ਬੰਦਾ, 4 ਬੰਦੇ ਬੈਠੇ ਹੁੰਦੇ ਤੇ 5 ਲੀਡਰ ਨਿਕਲ ਆਉਂਦੇ ਆ। ਲੀਡਰ ਕੱਢਣਾ ਪੰਜਾਬ ਦੇ ਵਿੱਚ ਕੋਈ ਔਖਾ ਨਹੀਂ ਹੈਗਾ, ਤੇ ਪੰਜਾਬ ਦੇ ਵਿੱਚ ਆਲਰੇਡੀ ਜਿਹੜੇ ਹਿਸਾਬ ਦੇ ਨਾਲ, ਮਤਲਬ ਮੈਂ ਤਾਂ ਦੂਰੋਂ ਬੈਠ ਕੇ ਦੇਖ ਰਿਹਾ, ਵਨ ਫੀਲਸ ਇੰਪ੍ਰੈਸਡ ਐਂਡ ਸਰਪ੍ਰਾਈਜ਼ਡ ਜਿਹੜੇ ਹਿਸਾਬ ਨਾਲ ਆਰਟੀਕੂਲੇਸ਼ਨ ਪੰਜਾਬ ਦੇ ਇਸ਼ੂਜ਼ ਦੀ ਆਮ ਲੋਕ ਕਰ ਰਹੇ ਆ। ਕੋਈ ਛੋਟੇ ਮੋਟੇ ਉੱਠ ਕੇ ਆਉਂਦੇ ਆ, ਕਾਲਜਾਂ ਦੇ ਬੱਚੇ ਉੱਠ ਕੇ ਆਉਂਦੇ ਆ, ਜਦੋਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਆ, ਮਤਲਬ ਇੰਨੀਆਂ ਇੰਟੈਲੀਜੈਂਟ, ਇੰਨੀਆਂ ਸਮਾਰਟਲੀ ਗੱਲਾਂ ਕਰਦੇ ਆ। ਲੀਡਰਸ਼ਿਪ ਤਾਂ ਨਿਕਲ ਆਏਗੀ, ਪਰ ਉਹਦੇ 'ਚ ਇਹ ਹੈਗਾ ਕਿ ਸਭ ਤੋਂ ਵੱਡੀ ਗੱਲ ਹੈਗੀ, ਪੰਜਾਬ ਦਾ ਜਿਹੜਾ ਸਮਾਜਕ ਢਾਂਚਾ ਹੈਗਾ, ਉਹਦੀ ਕਨਫੀਗਰੇਸ਼ਨਸ ਕੀ ਹੈਗੀਆਂ, ਉਹ ਕਾਫੀ ਕੰਪਲਿਕੇਟਡ ਚੀਜ਼ ਹੈਗੀ। ਪੰਜਾਬ ਦੇ ਵਿੱਚ ਜਿਹੜਾ ਡਿਕਲਾਈਨ ਆਫ ਐਗਰੀਕਲਚਰ ਹੈ, ਇਹਦੇ ਤੇ ਕੋਈ ਗੱਲ ਨਹੀਂ ਕਰ ਰਿਹਾ। ਅਸੀਂ ਕਿਸਾਨਾਂ ਦੀ ਤੇ ਗੱਲ ਕਰਦੇ ਆ, ਪਰ ਐਕਚੁਅਲੀ ਐਗਰੀਕਲਚਰ ਦਾ ਸਟੇਟਸ ਜਿਹੜਾ ਪੰਜਾਬ ਦੀ ਇਕਨੋਮੀ ਦੇ ਵਿੱਚ ਹੈਗਾ, ਉਹ ਬਹੁਤ ਮਾਰਜਨਲਾਈਜ਼ ਹੋ ਰਿਹਾ। ਉਹ ਜਿਹੜਾ ਈਵਨ ਜਿਹੜੇ ਐਗਰੀਕਲਚਰਲ ਕਮਿਊਨਿਟੀਜ਼ ਹੈਗੀਆਂ, ਜੱਟ ਸਿੱਖ ਹੈਗੇ, ਉਹਨਾਂ ਦੇ ਵਿੱਚ ਜਿਹੜੇ ਬੱਚੇ ਖੇਤੀ ਜਾਣਾ ਚਾਹੁੰਦੇ ਆ, ਉਹਨਾਂ ਦਾ ਨੰਬਰ ਬੜਾ ਘੱਟ ਹੈਗਾ। ਜਿਹੜੇ ਐਕਚੁਅਲੀ ਫੁੱਲ ਟਾਈਮ ਖੇਤੀ ਕਰ ਰਿਹਾ, ਹੋਰ ਕੁਝ ਨਹੀਂ ਕਰ ਰਿਹਾ, ਉਹਨਾਂ ਦਾ ਨੰਬਰ ਬੜਾ ਘੱਟ ਹੈਗਾ। ਇਸ ਵਾਸਤੇ ਉਹ ਇੱਕ ਕਿਸੇ ਨਾ ਕਿਸੇ ਤਰੀਕੇ ਆਪਣੇ ਵਰਗੇ ਬੰਦੇ ਨੂੰ ਬੈਠ ਕੇ ਵੀ ਸੋਚਣ ਦੀ ਲੋੜ ਹੈਗੀ ਕਿ ਕਿਵੇਂ ਤੁਸੀਂ ਪੰਜਾਬ ਦੇ ਇਸ਼ੂਜ਼ ਨੂੰ ਆਰਟੀਕੂਲੇਟ ਕਰੋਗੇ, ਤਾਂ ਕਿ ਉਹ ਰੀਜਨਲ ਲੈਵਲ ਦੀ ਪੋਲਿਟਿਕਸ, ਖਾਸ ਤੌਰ ਤੇ ਜਿਹੜੀ ਉੱਥੋਂ ਦੇ ਇਕਨੋਮਿਕ ਇਸ਼ੂਜ਼ ਹੈਗੇ ਤੇ ਐਸਪੀਰੇਸ਼ਨਲ ਇਸ਼ੂਜ਼ ਹੈਗੇ ਨਵੀਂ ਜਨਰੇਸ਼ਨ ਦੇ, ਉਹਨਾਂ ਨੂੰ ਕਿਵੇਂ ਆਰਟੀਕੂਲੇਟ ਕਰ ਸਕੇ। ਕਾਸਟ ਇੰਪੋਰਟੈਂਟ ਨਹੀਂ ਹੈਗੀ, ਕੋਈ ਲੋਕੀ ਚੁੱਪੜੇ ਨਹੀਂ ਹੋਏ ਆਪਣੀ ਕਾਸਟ ਨੂੰ, ਪਰ ਉਹ ਇਸ਼ੂ ਹੈਗੇ। ਕੋਈ ਹੋਰ ਜੈਂਡਰ ਦੇ ਇਸ਼ੂ ਵੀ ਬੜੇ ਜ਼ਰੂਰੀ ਹੈਗੇ, ਰੂਰਲ ਅਰਬਨ ਦੇ ਇਸ਼ੂਜ਼ ਬੜੇ ਜ਼ਰੂਰੀ ਹੈਗੇ, ਬਾਕੀ ਜਿਹੜੇ ਡਰੱਗਸ ਤੇ ਅਨਐਮਪਲੋਇਮੈਂਟ ਦੇ ਇਸ਼ੂ ਵੀ ਕਿਧਰੇ ਨਹੀਂ ਗਏ। ਉਹਨਾਂ ਨੂੰ ਕਿਵੇਂ ਲਿਆ ਕੇ ਕਿਹੜੀ ਲੈਂਗੁਏਜ ਦਿੱਤੀ ਜਾਏ, ਉਹਦੀ ਲੋੜ ਵੀ ਹੈਗੀ। ਇੱਕ ਨਵੇਂ ਤਰ੍ਹਾਂ ਦਾ ਇੱਕ ਇੰਟੈਲੈਕਚੁਅਲ ਐਂਗੇਜਮੈਂਟ ਦੀ ਲੋੜ ਹੈਗੀ ਪੰਜਾਬ ਦੇ ਵਿੱਚ, ਜਿਹੜੇ ਤੁਸੀਂ ਲੋਕ ਕਰ ਰਹੇ ਹੋ ਕਿਸੇ ਲੈਵਲ ਤੇ, ਪਰ ਮੈਨੂੰ ਲੱਗਦਾ ਉਸ ਤੋਂ ਅੱਗੇ ਜਾ ਕੇ ਇੱਕ ਸਟੱਡੀ ਕਰਕੇ, ਇੰਪੀਰੀਕਲ ਡੇਟਾ ਲੈ ਕੇ ਉਹ ਵੀ ਕਰਨ ਦੀ ਲੋੜ ਹੈਗੀ ਮੈਨੂੰ ਲੱਗਦਾ। ਪ੍ਰੋਫੈਸਰ ਸੇਖੋਂ ਸਾਹਿਬ, ਇਹੀ ਸਵਾਲ ਕਿ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਕੌਣ ਆਏਗਾ, ਜਦੋਂ ਕਿ ਪੁਰਾਣੇ ਸਾਰੇ ਸਥਾਪਤੀ ਜਿਹੜੀ ਪੁਰਾਣੀ ਸੀਗੀ ਉਹ ਰੱਦ ਹੋ ਚੁੱਕੀ। ਜੋਧਕਰ ਸਾਹਿਬ ਨੇ ਠੀਕ ਕਹਿਤਾ, ਵਿਰੋਧੀ ਧਿਰ ਦੇ ਇੱਥੇ ਤਾਂ ਲੋਕ ਆ, ਇੱਥੋਂ ਦੇ ਪੰਜਾਬ ਦੇ ਲੋਕ ਜਿਹੜੇ, ਉਹ ਵਿਰੋਧੀ ਧਿਰ ਵੀ ਹੈਗੀ ਆ। ਉਹਨਾਂ ਤੋਂ ਵੱਡੀ ਵਿਰੋਧੀ ਧਿਰ ਕਿਹੜੀ ਹੋ ਸਕਦੀ ਆ। ਅਜੇ ਸਰਕਾਰ ਦਾ ਹਨੀਮੂਨ ਚੱਲ ਰਿਹਾ, ਇਸ ਕਰਕੇ ਕਿ ਪੁਰਾਣੀਆਂ ਸਰਕਾਰਾਂ ਨੇ ਬਹੁਤ, ਅਜੇ ਤੇ ਉਹ ਪੁਰਾਣੀ ਸਰਕਾਰਾਂ ਦੇ ਮਾੜੇ ਕੰਮਾਂ ਦੇ ਉੱਤੇ ਹੀ ਇਹ ਸਰਵਾਈਵ ਕਰਨ ਰਹੇ ਆ। ਅਜੇ ਪਰਫਾਰਮੈਂਸ ਤਾਂ ਸਾਲ ਤੋਂ ਬਾਅਦ ਸ਼ੁਰੂ ਹੋਣੀ ਆ, 2 ਸਾਲ ਤੋਂ ਬਾਅਦ ਸ਼ੁਰੂ ਹੋਣੀ ਆ। ਹਾਂ, ਇਹ ਵੀ ਗੱਲ ਹੈਗੀ ਆ ਕਿ ਪੰਜਾਬ ਦੇ ਲੋਕ ਕੰਪੇਅਰ ਕਰਦੇ ਆ, ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕਰੀਦੀ ਆ ਤੇ ਉਹ ਇਹ ਕਹਿੰਦੇ ਆ ਵੀ ਉਹ ਬਹੁਤ ਮਾੜੇ ਸੀ, ਇਸ ਕਰਕੇ ਇਹਨਾਂ 'ਚ ਥੋੜੇ ਮਾੜਿਆਂ ਦਾ ਵੀ ਚੱਲਦਾ। ਇਹ ਬਹੁਤ ਫਰਜ਼ਾਈਲ ਆ, ਇਹਨਾਂ ਦਾ ਜਿਹੜਾ ਸਟਰਕਚਰ ਹੈਗਾ ਆਮ ਆਦਮੀ ਪਾਰਟੀ ਦਾ, ਬਹੁਤ ਫਰਜ਼ਾਈਲ ਹੈ। ਇਹ ਨਾ ਮਤਲਬ ਇੱਕ ਜਿੱਦਾਂ ਝਾੜੂ ਆ ਨਾ, ਉਦਾਂ ਹੀ ਹੈਗਾ ਵਾ, ਉਦਾਂ ਦੇ ਸਾਰਾ ਕੁਝ ਇਕੱਠਾ ਕੀਤਾ, ਉਹਦੇ ਵਿੱਚੋਂ ਕੰਮ ਹੈਗਾ। ਇਹ ਠੀਕ ਆ, ਲੋਕ ਨਵੇਂ ਆ, ਜਿਹੜੇ ਇਹਨਾਂ ਨਾਲ ਜੁੜੇ ਆ, ਉਹਨਾਂ 'ਚ ਬਹੁਤ ਸਾਰੇ ਮੈਂਬਰ ਪੰਚਾਇਤ ਵੀ ਨਹੀਂ ਬਣੇ, ਨਾ ਬਣ ਸਕਦੇ ਸੀਗੇ, ਇਸ ਕਰਕੇ ਉਹਨਾਂ ਦਾ ਐਮਐਲਏ ਬਣੇ, ਉਹ ਜੁੜੇ ਰਹਿਣਗੇ। ਗਿਣਤੀ ਬਹੁਤ ਜ਼ਿਆਦਾ ਵੱਡੀ ਹੈਗੀ ਆ। ਮੁੱਦਿਆਂ ਵਾਲੇ ਪਾਸੇ ਆਉਣ ਲਈ ਬਹੁਤ ਜ਼ਿਆਦਾ ਪੇਸ਼ੈਂਸ ਚਾਹੀਦੀ ਆ, ਬੰਦੇ ਚਾਹੀਦੇ ਉਹਨਾਂ ਨੂੰ। ਠੀਕ ਆ, ਉਹ ਕਰ ਰਹੇ ਆਪਣੇ ਤਰੀਕੇ ਦੇ ਨਾਲ, ਓਪਨ ਡਿਸਕਸ਼ਨ ਚਾਹੀਦੀ ਆ। ਮੈਂ ਤਾਂ ਅੱਗੇ ਵੀ ਇੱਕ ਵਾਰੀ ਕਿਹਾ ਸੀਗਾ ਕਿ ਇਹ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜੇ ਤਾਂ ਇਹ ਰੀਜਨਲ ਪਾਰਟੀ ਵਾਂਗੂ ਕੰਮ ਕਰੂਗੀ ਤੇ ਲੰਮਾ ਸਮਾਂ ਸਰਵਾਈਵ ਕਰੂਗੀ। ਜੇ ਇਹਦੀਆਂ ਐਸਪੀਰੇਸ਼ਨਸ ਜਾਂ ਤੜਾਵਾਂ ਹੋਰ ਕਿਤੇ ਹੋਈਆਂ ਤੇ ਫਿਰ ਇਹਨਾਂ ਲਈ ਕ੍ਰਾਈਸਿਸ ਵੱਡਾ ਹੋ ਜਾਊਗਾ, ਫਿਰ ਇਹ ਬਹੁਤਾ ਲੰਮਾ ਸਸਟੇਨ ਕਰ ਨਹੀਂ ਲੱਗਦਾ। ਦੋਨੋਂ ਚੀਜ਼ਾਂ ਹੁੰਦੀਆਂ ਪੰਜਾਬ 'ਚ, ਹੁੰਦਾ ਵੀ ਤੂੰ ਕਿਤੇ ਨਾ ਕਿਤੇ ਜਾਂ ਨਾਲ ਵਾਂ ਤੇ ਜਾਂ ਤੇਰੇ ਵਿਰੋਧੀ ਆ, ਇਨ ਬਿਟਵੀਨ ਨਹੀਂ ਹੈਗਾ। ਜਿਹੜਾ ਰੀਜ਼ਨ ਦੀ, ਰੈਸ਼ਨੈਲਿਟੀ ਦੀ ਜਾਂ ਦਿੱਲੀ ਮਾਡਲ ਦੀ ਗੱਲ ਕੀਤੀ ਆ, ਪੰਜਾਬ 'ਚ ਉਹ ਦਿੱਲੀ ਮਾਡਲ ਨਹੀਂ ਆਉਂਦਾ।
ਤੋ ਇਸ ਕਰਕੇ ਲੋਕ ਬਹੁਤ ਦੇਖ ਰਹੇ ਆ। ਹਾਂ ਇਹ ਠੀਕ ਆ ਕਿ ਕਿਸਾਨ ਅਜੇ ਵੇਟ ਐਂਡ ਵਾਚ ਦੀ ਪਾਲਿਸੀ ਆ, ਜਿਹੜੀ ਸਭ ਤੋਂ ਵੱਡੀ ਧਿਰ ਹੈਗੀ ਕਿਸਾਨਾਂ ਦੀ, ਉਹ ਸਿਆਣੇ ਕਿਸਾਨ ਜਥੇਬੰਦੀਆਂ ਕਾਫੀ ਸਿਆਣੀਆਂ, ਉਹ ਠੀਕ ਆ ਆਪਣੇ ਤਰੀਕੇ ਨਾਲ ਉਹ ਕਰਨ ਰਹੇ ਆ, ਪਰ ਜਿੱਦਣ ਉਹ ਆ ਗਏ ਇਹਨਾਂ ਦਾ ਜੀਣਾ ਮੁਸ਼ਕਲ ਕਰ ਦੇਣਗੇ। ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਲਈ ਜੇ ਇਹਨਾਂ ਲੰਮੇ ਸਮੇਂ ਤੇ ਸਰਵਾਈਵ ਕਰਨਾ ਹੈ ਤੇ ਪਾਰਟੀ ਜਿਹੜੀ ਹੈਗੀ ਆ, ਪਾਰਟੀ ਦਾ ਢਾਂਚਾ ਜਿਹੜਾ ਹੈਗਾ, ਜਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਕੱਲ ਨੂੰ ਪੰਚਾਇਤ ਦੀਆਂ ਚੋਣਾਂ ਹੋਣੀਆਂ ਵਾ, ਉਹਦੇ ਵਿੱਚ ਪਿੰਡ ਦੇ ਲੋਕ ਜਿਹੜੇ, ਮੈਂ ਤਾਂ ਅੱਗੇ ਵੀ ਇੱਕ ਦੋ ਥਾਵਾਂ ਤੇ ਕਿਹਾ ਹੈ ਕਿ 1.5-2 ਲੱਖ ਬੰਦੇ ਨੂੰ ਇਹ ਉੱਥੇ ਨਾਲ ਜੋੜ ਸਕਦੇ ਆ ਕਿ ਪਿੰਡ ਦੀਆਂ ਪੰਚਾਇਤਾਂ 'ਚ ਕੋਸ਼ਿਸ਼ ਕਰਨ ਵੀ ਯੰਗ ਯੂਥ ਲੈ ਕੇ ਆਉਣੀ ਆ, ਔਰ ਅਸੀਂ ਉਹ 'ਚ ਧੱਕਾ ਨਹੀਂ ਹੋਣ ਦੇਣਾ। ਜਿਹਨੂੰ ਪਿੰਡ ਦੇ ਲੋਕ ਚੁਣਨਗੇ ਅਸੀਂ ਉਹ ਚੁਣ ਲਵਾਂਗੇ। 1.5-2 ਲੱਖ ਯੂਥ ਜਿਹੜੀ ਹੈਗੀ ਆ ਜਾਂ ਬੰਦਾ ਇਹਨਾਂ ਦੇ ਨਾਲ ਇਹਨਾਂ ਦੀਆਂ ਜੜ੍ਹਾਂ ਬਣ ਜਾਣਗੀਆਂ। ਇਸ ਵੇਲੇ ਉਹ ਜ਼ਮੀਨ ਤਿਆਰ ਹੈਗੀ ਆ। ਜੇ ਇਹਨਾਂ ਨੇ ਵੀ ਉਹੀ ਮਾਡਲ ਕੀਤਾ ਜਿਹੜੇ ਦੂਸਰੇ ਕਰਦੇ ਰਹੇ ਆ, ਤੇ ਫਿਰ ਇਹਨਾਂ ਲਈ ਚੈਲੰਜ ਤਾਂ ਆਉਣਾ ਹੀ ਆਉਣਾ ਵਾ। ਫਿਰ ਰਾਜਨੀਤੀ ਕਦੀ ਵੈਕਿਊਮ 'ਚ ਨਹੀਂ ਹੁੰਦੀ, ਉਹ ਤਾਂ ਤੁਸੀਂ ਦੇਖੋ ਕਿ ਕੋਈ ਨਾ ਕੋਈ ਹੱਲ ਲੱਭ ਪੈਂਦਾ। ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਤੁਰੇ ਫਿਰਦੇ ਇਸ ਮਾਮਲੇ ਦੇ ਵਿੱਚ ਵੀ ਕਿਤੇ ਕਿਤੇ ਸਪੇਸ ਮਿਲੇ। ਹਾਂ ਇਹ ਜ਼ਰੂਰ ਹੈਗਾ ਕਿ ਪੁਰਾਣੇ ਲੀਡਰਾਂ ਨੂੰ, ਬ੍ਰਾਂਡਡ ਖਾਨਦਾਨ ਦੀ ਲੀਡਰਾਂ ਨੂੰ, ਉਹਨਾਂ ਪ੍ਰਤੀ ਲੋਕਾਂ ਦੀ ਨਫ਼ਰਤ ਜਿਹੜੀ ਆ ਉਹ ਜੇ ਵੀ ਕਾਇਮ ਆ। ਇੰਡੀਵਿਜੂਅਲ ਵਿਅਕਤੀ ਉਹਨਾਂ ਦੇ ਵਿੱਚੋਂ ਜਿਨ੍ਹਾਂ ਦਾ ਕਿਰਦਾਰ ਚੰਗਾ ਹੈ, ਜਿਹੜੇ ਪ੍ਰੋ ਪੀਪਲ ਹੈ, ਪਰਫਾਰਮੈਂਸ ਹੈ, ਜਾਂ ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਹੈ ਕਿ ਯਾਰ ਇਹ ਭਲੇ ਬੰਦੇ ਆ, ਇਹ ਕੁਛ ਨਾ ਕੁਛ ਚੰਗਾ ਸੋਚਦੇ ਆ, ਜੇ ਨਹੀਂ ਕਰਦੇ ਘੱਟੋ ਘੱਟ ਸੋਚਦੇ ਆ, ਕੁੱਟਮਾਰ ਨਹੀਂ ਕਰਦੇ, ਲੁੱਟਮਾਰ ਨਹੀਂ ਕਰਦੇ, ਉਹਨਾਂ ਦਾ ਸਰਵਾਈਵਲ ਹੈਗਾ। ਬਾਕੀ ਕਿਸੇ ਦਾ ਸਰਵਾਈਵਲ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਹੋਊਗਾ। ਮਿਹਰਬਾਨੀ। ਦਰਅਸਲ ਪੰਜਾਬ ਦੇ ਲੋਕ ਸੱਤਾ ਨਾਲ ਜੁੜੇ ਰਹਿਣਾ ਚਾਹੁੰਦੇ ਆ, ਔਰ ਸੱਤਾ ਨਾਲ ਜੁੜਨ ਲਈ ਉਹ ਕੁਝ ਵੀ ਗੁਜ਼ਰਨ ਲਈ ਤਿਆਰ ਰਹਿੰਦੇ ਆ। ਸੋ ਇਹਨਾਂ ਲਈ ਇਹ ਬਹੁਤ ਭਰਪੂਰ ਫਾਇਦੇ ਵਾਲੀ ਸਥਿਤੀ ਆਮ ਆਦਮੀ ਪਾਰਟੀ ਲਈ ਕਿ ਸਾਰੀਆਂ ਪਾਰਟੀਆਂ ਤੋਂ ਉਕਤਾਏ ਹੋਏ ਲੋਕ ਜਾਂ ਸੱਤਾ ਵੱਲ ਅਹੁਦੇ ਲੋਕ ਸਿਰਫ ਉਹਨਾਂ ਨੂੰ ਰੈੱਡ ਕਾਰਪਟ ਦੇਣਾ, ਵੈਲਕਮ ਕਰਨਾ ਹੈ, ਉਹ ਇਹਨਾਂ ਲਈ ਸਮਰਪਿਤ ਹੋ ਜਾਣਗੇ। ਤੇ ਫਿਰ ਜੇ ਸੱਤਾ ਢੰਗ ਨਾਲ ਚਲਾਓਗੇ ਤੇ ਸਾਲਾਂ ਤੱਕ ਚੱਲ ਸਕਦੇ, ਨਹੀਂ ਤੇ ਇਹੀ ਤੁਹਾਨੂੰ ਪਲਟ ਕੇ ਸੁੱਟ ਦੇਣਗੇ। ਬਹੁਤ ਮਿਹਰਬਾਨੀ ਪ੍ਰੋਫੈਸਰ ਜੋਧਕਾ ਸਾਹਿਬ ਔਰ ਪ੍ਰੋਫੈਸਰ ਸੇਖੋਂ ਸਾਹਿਬ, ਧੰਨਵਾਦ। ਸ਼ੁਕਰੀਆ ਜੀ।